जप आद सच जुगाद सच है भी सच नानक होसी भी सच हम भीखक भिखारी तेरे तू निज पत है दाता हो दयाल नाम देहो मंगत जन को सदा रहो रंग राता हाँ बलिहारे जाओ साचे तेरे नाम विटहो करण कारण सबना का एको अवर ना दूजा कोई बहुते फेर पए किरपन को अब किश कृपा कीजै हो दयाल दर्शन देहो अपना ऐसी बखस करीजै भनत नानक भरम पट खुले गुर प्रसादी जानिया साची लेव लागी है भीतर सतगुर स्यो मन मानिया भनत नानक भरम पट खुले गुर प्रसादी जानिया साची लेव लागी है भीतर सतगुर स्यो मन मानिया सतनाम श्री वाहिगुरु साहिब जी। श्री राग महला पहला। तृग जीवन दुहागणी मुट्ठी दूजै भाए। कल्लर केवी कंद जो एह
ਅਹਨਿਸ ਕਰ ਟਹਿ ਪਾਏ। ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁਖ ਨ ਜਾਏ। ਤ੍ਰਿਗ ਜੀਵਨ ਦੁਹਾਗਣੀ, ਮੁਠੀ ਦੂਜੈ ਭਾਏ। ਕਲਰ ਕੇਵੀ ਕੰਧ ਜਿਉ, ਅਹਨਿਸ ਕਿਰ ਟਹਿ ਪਾਏ। ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁਖ ਨ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਦਾਨ ਅੰਤਰ ਜਾਮੀ ਸਤਿਗੁਰੂ ਗਰੀਬ ਨਿਵਾਜ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਹੋਇਆ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜੀਏ ਜੀ। ਅੱਜ ਦਾ ਸ਼ਬਦ 18 ਅੰਗ ਤੇ ਸੁਭਾਈਮਾਨ ਹੈ। ਜਗਤ ਗੁਰੂ ਨਿਰੰਕਾਰੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਕਲਯੁਗੀ ਜੀਵਾਂ ਦਾ ਉਧਾਰ ਕਰ ਰਹੇ ਸਨ। ਅਚਾਨਕ ਇੱਕ ਦਿਨ ਗੁਰੂ ਸਾਹਿਬ ਦੇ ਕੋਲ ਇੱਕ ਵਿਅਕਤੀ ਆਇਆ, ਜਿਸ ਵਿਅਕਤੀ ਨੇ ਆਪਣੇ ਸਰੀਰ ਦੇ ਉੱਪਰ ਬੜੇ ਚੰਦਨ ਦਾ, ਕੇਸਰ ਦਾ ਛਿੜਕਾਅ ਕੀਤਾ ਹੋਇਆ ਸੀ। ਵੈਸੇ ਹਰ ਵਿਅਕਤੀ ਆਪਣੀ ਸੁੰਦਰਤਾ, ਸਜਾਵਟ ਅਤੇ ਖੁਸ਼ਬੂ ਦਾ ਬੜਾ ਧਿਆਨ ਰੱਖਦਾ ਹੈ ਕਿ ਮੈਂ ਜਿੱਥੇ ਕਿਤੇ ਵੀ ਜਾਵਾਂ ਮੇਰੀ ਸੋਭਾ ਬਣੇ, ਤੇ ਸੋਭਾ ਬਣੇ ਮੇਰੇ ਕੱਪੜਿਆਂ ਨਾਲ, ਮੇਰੀ ਸੁੰਦਰਤਾ ਨਾਲ। ਹਾਲਾਂਕਿ ਮਨੁੱਖ ਭੁੱਲ ਜਾਂਦਾ ਹੈ ਕਿ ਕੱਪੜਿਆਂ ਦੇ ਨਾਲ, ਵਸਤਰਾਂ ਨਾਲ ਕਦੇ ਕੋਈ ਸੁੰਦਰ ਨਹੀਂ ਹੁੰਦਾ। ਮਨੁੱਖ ਆਪਣੇ ਗੁਣਾਂ ਕਰਕੇ ਸੁੰਦਰ ਹੁੰਦਾ ਹੈ। ਜੇ ਰੇਸ਼ਮੀ ਕੱਪੜੇ ਵੀ ਪਾਏ ਹੋਣ ਪਰ ਬੋਲਣ ਦੀ ਤਾਮੀਜ਼ ਨਾ ਹੋਵੇ, ਜਾਂ ਰਹਿਣੀ ਬਹਿਣੀ ਕਹਿਣੀ ਸਹਿਣੀ ਨਾ ਆਉਂਦੀ ਹੋਵੇ, ਫਿਰ ਉਹਦੇ ਮਹਿੰਗੇ ਤੋਂ ਮਹਿੰਗੇ ਪਾਏ ਕੱਪੜੇ ਵੀ ਵਿਅਰਥ ਹਨ। ਗੁਰੂ ਸਾਹਿਬ ਨੇ ਸਾਡੇ ਮਨ ਦੀ ਘਾੜਤ ਨੂੰ ਕੜਿਆ ਹੈ ਕਿ ਮਨ ਸੁੰਦਰ ਬਣੇ, ਮਨ ਦੇ ਵਿੱਚੋਂ ਚੰਗੇ ਗੁਣਾਂ ਦੀ ਮਹਿਕ ਆਵੇ। ਕਿਉਂਕਿ ਸਰੀਰ ਬੰਦਾ ਸ਼ੀਸ਼ੇ ਦੇ ਵਿੱਚ ਵੇਖ ਕੇ ਵੀ ਆਪਣਾ ਚਿਹਰਾ ਤੇ ਸਰੀਰ ਨੂੰ ਸ਼ਿੰਗਾਰ ਲੈਂਦਾ ਹੈ। ਤੇ ਹਰ ਵਿਅਕਤੀ ਆਪਣੇ ਚਿਹਰੇ ਨੂੰ, ਆਪਣੇ ਸਰੀਰ ਨੂੰ ਸੁੰਦਰ ਤੇ ਸਜਾਵਟ ਭਰਪੂਰ ਬਣਾਉਣ ਵਾਸਤੇ ਸ਼ੀਸ਼ੇ ਅੱਗੇ ਘੰਟਿਆਂ ਬੱਧੀ ਖਲੋਤਾ ਰਹਿੰਦਾ ਹੈ। ਸ਼ੀਸ਼ੇ ਅੱਗੇ ਖੜ ਕੇ ਸਾਡਾ ਸਰੀਰ ਤੇ ਚਿਹਰਾ ਤੇ ਦਿਸ ਸਕਦਾ ਹੈ, ਚਿਹਰੇ ਨੂੰ ਆਪਾਂ ਸੁੰਦਰ ਬਣਾ ਸਕਦੇ ਹਾਂ। ਪਰ ਦੁਨੀਆ ਦੇ ਵਿੱਚ ਕੋਈ ਵੀ ਐਸਾ ਸ਼ੀਸ਼ਾ ਨਹੀਂ ਬਣਿਆ ਜਿਹੜਾ ਬੰਦੇ ਦੇ ਮਨ ਦੀ ਤਸਵੀਰ ਦਿਖਾ ਦੇਵੇ। ਗੁਰੂ ਸਾਹਿਬ ਕਹਿੰਦੇ ਨੇ, ਮਨ ਦੀ ਤਸਵੀਰ ਵੇਖਣੀ
ਵੇਖਣੀ ਪਵੇਗੀ ਤੈਨੂੰ ਆਪ ਗੁਰਬਾਣੀ ਦੇ ਸ਼ਬਦ ਦੁਆਰਾ। ਤੇ ਯਾਦ ਰੱਖੀ, ਜਿਸ ਚਿਹਰੇ ਨੂੰ ਤੂੰ ਸ਼ਿੰਗਾਰਦਾ ਹੈ ਉਹ ਚਿਹਰਾ ਤੇਰਾ ਅਸਲੀ ਚਿਹਰਾ ਨਹੀਂ ਹੈ। ਮਿੱਟੀ, ਹੱਡ, ਚੰਮ, ਮਾਸ ਪੇਸ਼ੀਆਂ ਦਾ ਬਣਿਆ ਚਿਹਰਾ ਇਹ ਤੇਰਾ ਅਸਲੀ ਚਿਹਰਾ ਨਹੀਂ ਹੈ। ਤੇਰੀ ਅਸਲੀ ਤਸਵੀਰ ਉਹੀ ਹੈ ਜੋ ਕੁਝ ਤੂੰ ਆਪਣੇ ਖਿਆਲਾਂ ਦੇ ਅੰਦਰ ਸੋਚਦਾ ਹੈ, ਜੋ ਹਰ ਵੇਲੇ ਤੇਰੇ ਅੰਦਰ ਸੋਚਾਂ ਚੱਲਦੀਆਂ ਨੇ, ਉਹ ਤੇਰੀ ਅਸਲੀ ਤਸਵੀਰ ਹੈ। ਤੇ ਉਹ ਤਸਵੀਰ ਬੜੀ ਗੰਧਲੀ ਹੈ, ਬੜੀ ਮੈਲੀ ਹੈ। ਸ਼ਾਇਦ ਮੈਲੀ ਹੋਣ ਕਰਕੇ ਹੀ ਹਰ ਬੰਦਾ ਉਸ ਤਸਵੀਰ ਨੂੰ, ਉਸ ਚਿਹਰੇ ਨੂੰ ਵੇਖਣ ਦਾ ਯਤਨ ਨਹੀਂ ਕਰਦਾ, ਕਿਉਂਕਿ ਮੈਲ ਤੇ ਗੰਦਗੀ ਵੇਖਣੀ ਬੰਦੇ ਨੂੰ ਪਸੰਦ ਨਹੀਂ ਹੈ। ਜਾਂ ਤੇ ਆਪਣੀਆਂ ਅੱਖਾਂ ਤੇ ਪਰਦਾ ਪਾ ਲੈਂਦਾ ਹੈ ਜਾਂ ਗੰਦਗੀ ਤੇ ਪਰਦਾ ਪਾ ਦਿੰਦਾ ਹੈ ਕਿ ਕੂੜਾ, ਗੰਦਗੀ ਤੇ ਮੈਲ ਵਿਸ਼ਟਾ ਬੰਦਾ ਨਹੀਂ ਵੇਖਣਾ ਚਾਹੁੰਦਾ। ਪਰ ਮਨ ਦੇ ਅੰਦਰ ਤੇ ਪਾਪਾਂ ਦੀ ਮੈਲ ਹੀ ਮੈਲ ਹੈ। ਸ਼ਾਇਦ ਇਸੇ ਕਰਕੇ ਬੰਦਾ ਆਪਣੇ ਮਨ ਵੱਲ ਨਹੀਂ ਵੇਖਦਾ ਤੇ ਉਹ ਮੈਲ ਦਿਨੋਂ ਦਿਨ ਫਿਰ ਵੱਧਦੀ ਜਾਂਦੀ ਹੈ। ਜਗ ਮੈਲਾ ਮੈਲੋ ਹੋਏ ਜਾਏ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਜਿੱਥੇ ਤੂੰ ਆਪਣੀ ਦੇਹ ਨੂੰ ਸ਼ਿੰਗਾਰਦਾ ਸਵਾਰਦਾ ਹੈ, ਆਪਣੇ ਚਿਹਰੇ ਨੂੰ ਸੁੰਦਰ ਬਣਾਉਂਦਾ ਹੈ, ਉੱਥੇ ਆਪਣੇ ਮਨ ਨੂੰ ਵੀ ਸੁੰਦਰ ਬਣਾ, ਕਿਉਂਕਿ ਅਸਲੀ ਤਸਵੀਰ ਤਾਂ ਤੇਰਾ ਮਨ ਹੈ, ਅਸਲੀ ਚਿਹਰਾ ਤੇ ਤੇਰਾ ਮਨ ਹੈ। ਤੋ ਗੁਰੂ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿੱਚ ਉਸ ਕਰਤਾਰਪੁਰ ਦੀ ਧਰਤੀ ਤੇ ਆਏ ਵਿਅਕਤੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਸਮੁੱਚੀ ਮਾਨਵਤਾ ਨੂੰ ਸਤਿਗੁਰੂ ਮਹਾਰਾਜ ਸਿੱਖਿਆ ਦਿੰਦੇ ਹਨ ਕਿ ਇਹ ਪੰਜ ਭੌਤਿਕ ਸਰੀਰ ਉਦੋਂ ਤੱਕ ਵਿਅਰਥ ਹੈ, ਤੇਰਾ ਖਾਣਾ ਪੀਣਾ, ਹੰਡਾਉਣਾ, ਹੱਸਣਾ, ਖੇਡਣਾ, ਕੰਮਕਾਰ ਕਰਨਾ ਸਭ ਵਿਅਰਥ ਹੈ, ਜਦੋਂ ਤੱਕ ਤੂੰ ਆਪਣੇ ਮਨ ਦੀ ਤਸਵੀਰ ਨੂੰ, ਮਨ ਰੂਪੀ ਚਿਹਰੇ ਨੂੰ ਸੁੰਦਰ ਨਹੀਂ ਬਣਾਉਂਦਾ। ਆਓ ਸਤਿਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਿਵੀ ਰਾਗ ਮਹਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ, ਮੁਠੀ ਦੂਜੈ ਭਾਏ। ਸ੍ਰੀ ਰਾਗ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਉਚਾਰਨ ਕਰਦੇ ਹਨ। ਹਜੂਰ ਬਖਸ਼ਿਸ਼ ਕਰਦੇ ਨੇ, ਤ੍ਰਿਗ ਜੀਵਨ ਦੁਹਾਗਣੀ। ਦੁਹਾਗਣ ਨਾਮ ਹੈ ਛੁੱਟੜ ਦਾ। ਜਿਹੜੀ ਆਪਣੇ ਪਤੀ ਦੀਆਂ ਖੁਸ਼ੀਆਂ ਨਹੀਂ ਹਾਸਲ ਕਰ ਸਕੀ ਤੇ ਪਤੀ ਨੇ ਆਪਣੇ ਘਰੋਂ ਕੱਢ ਦਿੱਤਾ, ਕਿਉਂਕਿ ਪਤੀ ਨੂੰ ਜਾਣਕਾਰੀ ਪ੍ਰਾਪਤ ਹੋ ਗਈ, ਪਤੀ ਨੂੰ ਵਾਕਫੀ ਹੋ ਗਈ ਕਿ ਇਹਦਾ ਆਚਰਣ ਭ੍ਰਸ਼ਟ ਹੈ। ਤੇ ਮਹਾਰਾਜ ਕਹਿੰਦੇ ਉਸ ਛੁੱਟੜ ਔਰਤ ਦੇ ਜੀਵਨ ਤੇ 100 ਵਾਰੀ ਤਿਰਕਾਰ ਹੈ। ਵਿਦਵਾਨਾਂ ਦਾ ਕਥਨ ਹੈ ਕਿ ਇੱਕ ਵਾਰੀ ਫਿਟੇ ਮੂੰਹ ਆਖਿਆ ਜਾਵੇ, 100 ਵਾਰੀ ਫਿਟੇ ਮੂੰਹ ਆਖਿਆ ਜਾਵੇ ਤੇ ਇੱਕ ਲਾਹਨਤ ਬਣਦੀ ਹੈ। 100 ਵਾਰ ਕਿਸੇ ਨੂੰ ਲਾਹਨਤ ਪਾਈ ਜਾਵੇ ਤੇ ਇੱਕ ਫਿਟਕਾਰ ਬਣਦੀ ਹੈ। 100 ਵਾਰ ਫਿਟਕਾਰਿਆ ਜਾਵੇ ਤੇ ਇੱਕ ਤਿਰਕਾਰ ਬਣਦੀ ਹੈ। ਤੇ ਗਰੀਬ ਨਵਾਜ ਮਹਾਰਾਜ ਕਹਿੰਦੇ ਛੁੱਟੜ ਔਰਤ ਨੂੰ ਤਿਰਕਾਰ ਹੈ, ਜਿਹੜੀ ਪਤੀ ਪ੍ਰਤਾ ਧਰਮ ਵਿੱਚ ਪ੍ਰਪੱਕ ਹੋ ਕੇ ਆਪਣੇ ਪਤੀ ਦਾ ਵਿਸ਼ਵਾਸ ਨਹੀਂ ਜਿੱਤ ਸਕੀ, ਵਫਾਦਾਰੀ ਨਹੀਂ ਨਿਭਾ ਸਕੀ, ਤੇ ਉਹਦੀ ਵਫਾਦਾਰੀ ਤੇ ਸ਼ੱਕ ਹੋਣ ਕਰਕੇ ਪਤੀ ਨੇ ਆਪਣੇ ਘਰੋਂ ਕੱਢ ਦਿੱਤਾ। ਗੁਰੂ ਸਾਹਿਬ ਕਹਿੰਦੇ ਉਹ ਇਸਤਰੀ ਮੁੱਠੀ ਭਾਵ ਲੁੱਟੀ ਗਈ,
ਠੱਗੀ ਗਈ, ਧੋਖੇ ਵਿੱਚ ਆ ਗਈ ਤੇ ਧੋਖਾ ਖਾਣ ਦੇ ਨਾਲ ਦੂਜੇ ਭਾਏ, ਕਿਉਂਕਿ ਦਵੈਤ ਭਾਵ ਦੇ ਵਿੱਚ ਪ੍ਰੇਮ ਸੀ, ਤਾਂ ਕਰਕੇ ਆਪਣੇ ਪਤੀ ਦੀ ਖੁਸ਼ੀ, ਪਤੀ ਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕੀ। ਤੇ ਉਸ ਤੋਂ ਵੀ ਵੱਡਾ ਨੁਕਸਾਨ ਇਹ ਹੋਇਆ ਕਿ ਨਾਨਕਿਆਂ, ਦਾਦਕਿਆਂ ਤੇ ਸਹੁਰਿਆਂ ਨੇ, ਮਾਪਿਆਂ ਤੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ। ਜਿਸ ਦੀ ਪਤੀ ਦੇ ਨਾਲ ਵਫਾ ਨਹੀਂ ਨਿਭ ਸਕੀ, ਉਸ ਨੂੰ ਪੇਕੇ ਵੀ ਘਰ ਵਿੱਚ ਨਹੀਂ ਰੱਖਦੇ, ਉਹ ਵੀ ਦੁਰਕਾਰ ਦਿੰਦੇ ਨੇ। ਤੋ ਗੁਰੂ ਸਾਹਿਬ ਕਹਿੰਦੇ ਸਮਾਜ ਦੇ ਵਿੱਚ ਉਹ ਇਸਤਰੀ ਕਦੇ ਵੀ ਸੋਭਾ ਨਹੀਂ ਪਾ ਸਕਦੀ, ਕਦੇ ਵੀ ਸੋਭਾ ਨਹੀਂ ਖੱਟ ਸਕਦੀ, ਜਿਹੜੀ ਆਪਣੇ ਪਤੀ ਦੀ ਖੁਸ਼ੀ ਨਹੀਂ ਹਾਸਲ ਕਰ ਸਕੀ। ਵਿਦਵਾਨਾਂ ਦਾ ਕਥਨ ਹੈ ਕਿ ਬੰਦਾ ਆਪਣੀ ਜ਼ਿੰਦਗੀ ਵਿੱਚ, ਮਨੁੱਖ ਜਾਂ ਔਰਤ ਆਪਣੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਵੱਡੇ ਵੱਡੇ ਰੁਤਬਿਆਂ ਤੇ ਪਹੁੰਚ ਜਾਵੇ, ਪਰ ਉਹਦੇ ਅਸਲੀ ਕਿਰਦਾਰ ਦੀ ਪਛਾਣ ਇੱਕ ਚੰਗਾ ਪਤੀ ਜਾਂ ਇੱਕ ਚੰਗੀ ਪਤਨੀ ਦੇ ਰੂਪ ਵਿੱਚ ਹੁੰਦੀ ਹੈ। ਭਾਵ ਕਿ ਜਿਹੜਾ ਚੰਗਾ ਪਤੀ ਨਹੀਂ ਬਣ ਸਕਿਆ, ਚੰਗੀ ਪਤਨੀ ਨਹੀਂ ਬਣ ਸਕੀ, ਬੇਸ਼ੱਕ ਦੁਨੀਆ 'ਚ ਜਿੰਨੇ ਮਰਜ਼ੀ ਵੱਡੇ ਰੁਤਬਿਆਂ ਤੱਕ ਪਹੁੰਚ ਜਾਵੇ, ਉਹਦੇ ਕਿਰਦਾਰ ਦੀ ਅਸਲੀ ਪਛਾਣ ਨਹੀਂ ਹੋ ਸਕਦੀ। ਕਿਰਦਾਰ ਦੀ ਪਛਾਣ ਉਹਦੇ ਪਰਿਵਾਰਕ ਜੀਵਨ ਤੋਂ ਹੋਵੇਗੀ। ਰਾਜਨੀਤੀ ਵਿੱਚ ਬੇਸ਼ੱਕ ਹੀ ਬੜਾ ਨਾਮਣਾ ਖੱਟ ਲਿਆ ਹੋਵੇ, ਵਪਾਰ ਦੀ ਦੁਨੀਆ ਵਿੱਚ ਬੇਸ਼ੱਕ ਬੜਾ ਪੈਸਾ ਕਮਾ ਲਿਆ ਹੋਵੇ, ਪਰੰਤੂ ਕਿਰਦਾਰ ਦੀ ਅਸਲੀ ਪਛਾਣ ਉਹਦੇ ਪਰਿਵਾਰਕ ਜੀਵਨ ਤੋਂ ਹੋਵੇਗੀ ਕਿ ਇਹਦੇ ਪਰਿਵਾਰ ਨਾਲ ਸੰਬੰਧ ਕਿਹੋ ਜਿਹੇ ਨੇ, ਪਤੀ ਦਾ ਪਤਨੀ ਨਾਲ ਕੈਸਾ ਸੰਬੰਧ ਹੈ, ਬੱਚਿਆਂ ਦਾ ਮਾਤਾ ਪਿਤਾ ਨਾਲ ਤੇ ਮਾਤਾ ਪਿਤਾ ਦਾ ਬੱਚਿਆਂ ਨਾਲ। ਪਰਿਵਾਰਕ ਸੰਬੰਧਾਂ ਤੋਂ ਬੰਦੇ ਦੇ ਕਿਰਦਾਰ ਦੀ ਪਛਾਣ ਹੁੰਦੀ ਹੈ। ਤੋ ਹਜੂਰ ਇਸ ਕਰਕੇ ਕਹਿੰਦੇ ਮੁੱਠੀ ਦੂਜੇ ਭਾਈ। ਹੇ ਭਾਈ, ਜਿਵੇਂ ਸਮਾਜ ਦੇ ਵਿੱਚ ਛੁੱਟੜ ਔਰਤ ਸਮਾਜ 'ਚ ਸੋਭਾ ਨਹੀਂ ਖੱਟਦੀ, ਸਗੋਂ ਬਦਨਾਮ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਪਰਮੇਸ਼ਰ ਨੂੰ ਤਿਆਗ ਕੇ ਕਦੇ ਹੰਨੇ ਦੀ, ਕਦੇ ਬੰਨੇ ਦੀ, ਕਿਤੇ ਪਹਾੜਾਂ ਵਾਲੇ ਰੰਨੇ ਦੀ, ਕਿਤੇ ਢੋਲ ਢਮੱਕਾ ਸਰਵਰ ਦਾ ਦਪੈਤ ਭਾਵ ਦੇ ਵਿੱਚ ਲੱਗੀ ਹੈ, ਹਜੂਰ ਕਹਿੰਦੇ ਉਹ ਵੀ ਸੋਭਾ ਨਹੀਂ ਖੱਟ ਸਕਦੀ। ਭਾਵ ਕਿ ਜਿਹੜਾ ਜੀਵ ਪਰਮੇਸ਼ਰ ਨੂੰ ਤਿਆਗ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ ਹੈ, ਦੇਹ ਧਾਰੀਆਂ ਦੰਭੀਆਂ ਪਖੰਡੀਆਂ ਦੀ ਪੂਜਾ ਕਰਦਾ ਹੈ, ਉਹ ਲੋਕ ਪਰਲੋਕ ਦੇ ਵਿੱਚ ਬਦਨਾਮੀ ਹੀ ਖੱਟਦਾ ਹੈ, ਮੱਥੇ ਤੇ ਕਲੰਕ ਲਵਾ ਲੈਂਦਾ। ਕਿਉਂਕਿ ਆਪ ਡੁੱਬੇ ਚਹੁ ਵੇਦ ਮੈਂ, ਚੇਲੇ ਦੀਏ ਬਹਾਏ। ਸਾਹਿਬ ਕਹਿੰਦੇ ਜਿਨ੍ਹਾਂ ਦੇਵੀ ਦੇਵਤਿਆਂ ਜਾਂ ਦੇਹ ਧਾਰੀਆਂ ਦੀ ਤੂੰ ਪੂਜਾ ਕਰਦਾ ਹੈ, ਉਹ ਆਪ ਤੇ ਭਵ ਸਾਗਰ ਵਿੱਚ ਡੁੱਬ ਜਾਣਗੇ, ਨਾਲ ਤੈਨੂੰ ਵੀ ਡੋਬਣਗੇ। ਕਿਉਂਕਿ ਜਦੋਂ ਅੰਧਾ ਮਨੁੱਖ ਰਸਤਾ ਦੱਸ ਰਿਹਾ ਹੋਵੇ ਤੇ ਜ਼ਰੂਰ ਬਰ ਜ਼ਰੂਰ ਉਹਦੇ ਮਗਰ ਲੱਗ ਕੇ ਤੁਰਨ ਵਾਲਾ ਖੱਡ ਦੇ ਵਿੱਚ ਡਿੱਗ ਪਵੇਗਾ। ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ, ਆਪ ਮੁਸੈ ਮਤ ਹੋਸ਼ੀਐ ਕਿਉਂ ਰਾਹੋ ਪਛਾਣੈ, ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ, ਸੁਣੇ ਦੇਖੇ ਬਾਝ ਕਹੇ ਅੰਧ ਬੂਡੋ ਤੰਦਲੀ। ਗਰੀਬ ਨਿਵਾਜ ਕਹਿੰਦੇ ਨੇ ਅੰਧੇ ਮਨੁੱਖ ਦੇ ਦੱਸੇ ਹੋਏ ਰਸਤੇ ਤੇ ਤੁਰਨ ਵਾਲਾ ਜਾਂ ਤੇ ਠੇਡਾ ਖਾਏਗਾ, ਟੱਕਰ ਖਾ ਜਾਵੇਗਾ, ਜਾਂ ਫਿਰ ਡੂੰਗੀ ਖੱਡ ਵਿੱਚ ਡਿੱਗ ਪਵੇਗਾ। ਮੰਜ਼ਿਲ ਤੇ ਪਹੁੰਚਣਾ ਹੈ ਤੇ ਕਿਸੇ ਸੁਜਾਖੇ ਨੂੰ ਆਪਣਾ ਰਾਹਨੁਮਾ ਬਣਾ, ਜਿਹੜਾ ਆਪ ਰਸਤਾ ਦੇਖਦਾ ਹੋਵੇ ਤੇ ਤੈਨੂੰ ਵਿਖਾ ਦੇਵੇ।
ਤੇ ਅੰਧੇ ਗੁਰੂ ਤੇ ਭਰਮ ਨਾ ਜਾਏ। ਜਦੋਂ ਗੁਰੂ ਅੰਧਾ ਹੋਵੇ, ਮਹਾਰਾਜ ਕਹਿੰਦੇ ਫਿਰ ਚੇਲੇ ਵੀ ਅੰਧੇ ਹੋ ਜਾਂਦੇ ਨੇ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਜਿਨ੍ਹਾਂ ਦਾ ਗੁਰੂ ਬੇਸਮਝ ਹੈ, ਉਹ ਸਿੱਖ ਗਿਆਨਵਾਨ ਨਹੀਂ ਹੋ ਸਕਦਾ, ਕਿਉਂਕਿ ਸਿੱਖ ਦੇ ਕੋਲ ਤਾਂ ਉਹੀ ਉਪਦੇਸ਼ ਹੋਵੇਗਾ ਜਿਹੜਾ ਗੁਰੂ ਕੋਲ ਹੈ। ਗੁਰੂ ਕੋਲੋਂ ਹੀ ਸਿੱਖ ਨੇ ਸਿੱਖਣਾ ਹੈ। ਤੋ ਹਜੂਰ ਇਸ ਕਰਕੇ ਕਹਿੰਦੇ ਨੇ, ਭਾਈ ਮੁੱਠੀ ਦੂਜੈ ਭਾਏ, ਜਿਹੜਾ ਜੀਵ ਦਵੈਤ ਭਾਵ ਵਿੱਚ ਲੱਗ ਗਿਆ, ਪ੍ਰਭੂ ਪਤੀ ਪਰਮੇਸ਼ਰ ਨੂੰ ਤਿਆਗ ਕੇ ਜਿਹੜਾ ਦੇਵੀ ਦੇਵਤਿਆਂ ਦੇ ਧਾਰੀਆਂ ਦੀ ਪੂਜਾ ਵਿੱਚ ਲੱਗਾ ਹੈ, ਉਹ ਮੁੱਠੀ ਠੱਗਿਆ ਗਿਆ ਹੈ, ਲੁੱਟਿਆ ਗਿਆ ਹੈ। ਉਹਨੇ ਆਪਣੇ ਜੀਵਨ ਦਾ ਕੀਮਤੀ ਸਮਾਂ ਲੁਟਾ ਲਿਆ, ਫਿਰ ਆਪਣੇ ਜੀਵਨ ਦੇ ਵਿੱਚ ਕਮਾਇਆ ਹੋਇਆ ਧਨ ਵੀ ਦੇਹ ਧਾਰੀਆਂ ਦੇ ਕੋਲ ਲੁਟਾ ਦਿੱਤਾ। ਹਰ ਪਾਸਿਓਂ ਠੱਗੀ ਖਾ ਗਿਆ, ਹਰ ਪਾਸਿਓਂ ਧੋਖਾ ਖਾ ਗਿਆ, ਜਿਹੜਾ ਪਰਮੇਸ਼ਰ ਨੂੰ ਤਿਆਗ ਕੇ ਕਿਸੇ ਹੋਰ ਦੀ ਪੂਜਾ ਵਿੱਚ ਲੱਗ ਜਾਂਦਾ ਹੈ। ਕਲਰ ਕੇਵੀ ਕੰਦ ਜਿਉ, ਅਹਨਿਸ ਕਿਰ ਟਹਿ ਪਾਏ। ਗੁਰੂ ਸਾਹਿਬ ਉਦਾਹਰਣ ਦੇ ਸਹਿਤ ਸਮਝਾਉਂਦੇ ਨੇ। ਮਹਾਰਾਜ ਕਹਿੰਦੇ, ਜਿਸ ਕੰਧ ਨੂੰ ਕਲਰ ਪੈ ਜਾਵੇ, ਉਹ ਸਹਿਜੇ ਸਹਿਜੇ ਕਿਰਨ ਲੱਗ ਪੈਂਦੀ ਹੈ, ਤੇ ਭਾਵੇਂ ਫਿਰ ਉਸ ਨੂੰ ਸਾਂਭਣ ਵਾਸਤੇ ਜਿੰਨਾ ਮਰਜ਼ੀ ਉਹਦੇ ਤੇ ਪੋਚਾ ਫੇਰਿਆ ਜਾਵੇ, ਕੱਲ ਰਾਖੀ ਕੰਧ ਕਿਰਦੀ ਕਿਰਦੀ ਇੱਕ ਦਿਨ ਢੱਠ ਜਾਂਦੀ ਹੈ। ਕਲਰ ਕੇਰੀ ਭਾਵ ਕਲਰ ਦੀ ਕੰਧ ਜਿਉਂ, ਕੰਧ ਦੇ ਵਾਂਗਰਾਂ, ਕਲਰ ਦੀ ਕੰਧ ਵਾਂਗਰਾਂ ਅਹਨਿਸ ਕਿਰ ਟਹਿ ਪਾਏ। ਅਹਨਿਸ ਨਾਮ ਹੈ ਰਾਤ ਤੇ ਦਿਨ ਦਾ, ਕਿਰ ਭਾਵ ਕਿਰਦੀ ਰਹਿੰਦੀ ਹੈ, ਟਹਿ ਪਾਏ ਇੱਕ ਦਿਨ ਢੱਠ ਜਾਂਦੀ ਹੈ। ਜਿਹੜਾ ਜੀਵ ਵਿਸ਼ੇ ਵਿਕਾਰਾਂ ਰੂਪੀ ਕਲਰ ਦੇ ਅਧੀਨ ਹੈ, ਅਥਵਾ ਜਿਹੜਾ ਹਉਮੈ ਦੇ ਕਲਰ ਦੇ ਅਧੀਨ ਹੈ, ਜਿਸ ਨੂੰ ਹਉਮੈ ਰੂਪੀ ਕਲਰ ਲੱਗ ਗਿਆ, ਉਹ ਵੀ ਕਿਰਦਾ ਕਿਰਦਾ ਇੱਕ ਦਿਨ ਢੱਠ ਜਾਂਦਾ ਹੈ। ਕਿਉਂਕਿ ਇੱਥੇ ਹਜੂਰ ਨੇ ਕਿਸੇ ਤੂਫਾਨ ਦੀ ਉਦਾਹਰਨ ਨਹੀਂ ਦਿੱਤੀ, ਕਿਸੇ ਹਨੇਰ ਝੱਖੜ ਦੀ ਤੂਫਾਨ ਕੋਈ ਉਦਾਹਰਨ ਨਹੀਂ ਦਿੱਤੀ ਕਿ ਜਿਵੇਂ ਝੱਖੜ ਆਉਂਦਾ ਹੈ, ਝੱਖੜ ਦੇ ਨਾਲ ਤਾਂ ਵੱਡੀਆਂ ਵੱਡੀਆਂ ਕੰਧਾਂ ਵੀ ਡਿੱਗ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨੇ, ਇਹ ਇੱਕ ਕਲਰ ਦੇ ਵਾਂਗ ਡਿੱਗਦੀ ਹੈ। ਜੀਵਨ ਰੂਪੀ ਕੰਧ ਕਲਰ ਦੀ ਕੰਧ ਵਰਗੀ ਡਿੱਗਦੀ ਹੈ। ਜਿਵੇਂ ਕਲਰਾਖੀ ਕੰਧ ਸਹਿਜੇ ਸਹਿਜੇ ਕਿਰ ਕਿਰ ਕੇ ਡਿੱਗਦੀ ਹੈ, ਬੰਦਾ ਵੀ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਸਹਿਜੇ ਸਹਿਜੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੈ। ਸਰੀਰ ਦਾ ਗਲਣਾ ਕੀ ਹੈ? ਸਰੀਰ ਦਾ ਕਿਰਣਾ, ਤਾਕਤ ਦਾ ਨਸ਼ਟ ਹੋਣਾ। ਤੇ ਮਹਾਰਾਜ ਕਹਿੰਦੇ ਨੇ, ਉਂਝ ਤਾਂ ਸਾਰੇ ਹੀ ਵਿਕਾਰ ਜੀਵ ਨੂੰ ਅੰਦਰੋਂ ਅੰਦਰੀ ਖੋਰਾ ਲਾਉਂਦੇ ਨੇ, ਪਰ ਸਭ ਤੋਂ ਜ਼ਿਆਦਾ ਇਸ ਸਰੀਰ ਦੀ ਸ਼ਕਤੀ ਨੂੰ ਜੇ ਕੋਈ ਖੋਰਾ ਲਾਉਂਦਾ ਹੈ, ਉਹ ਹਨ ਕਾਮ ਤੇ ਕ੍ਰੋਧ। ਇਹ ਮਨੁੱਖ ਦੀ ਤਾਕਤ ਨੂੰ ਅੰਦਰੋਂ ਅੰਦਰੀ ਸਹਿਜੇ ਸਹਿਜੇ ਖਤਮ ਕਰਦੇ ਨੇ। ਸਾਇੰਟਿਸਟਾਂ ਦਾ ਮੰਨਣਾ ਹੈ ਕਿ 18 ਘੰਟੇ ਵਾਕ ਕਰਨ ਦੇ ਨਾਲ ਸਾਡੇ ਸਰੀਰ ਦੀ ਜਿੰਨੀ ਸ਼ਕਤੀ, ਜਿੰਨੀ ਊਰਜਾ ਖਰਚ ਹੁੰਦੀ ਹੈ, ਉਨੀ ਊਰਜਾ 5 ਮਿੰਟ ਗੁੱਸਾ ਕਰਨ ਦੇ ਨਾਲ ਖਰਚ ਹੋ ਜਾਂਦੀ ਹੈ। 5 ਮਿੰਟ ਦਾ ਕ੍ਰੋਧ ਤੇ 18 ਘੰਟੇ ਦੀ ਸੈਰ, 18 ਘੰਟੇ ਤੁਰਨਾ, ਬਰਾਬਰ ਊਰਜਾ ਸਾਡੇ ਸਰੀਰ ਦੀ ਲੱਗਦੀ ਹੈ। ਤੇ ਜਿਹੜਾ ਵਿਅਕਤੀ ਹਰ ਵਕਤ ਗੁੱਸੇ ਵਿੱਚ ਰਹਿੰਦਾ ਹੈ, ਹਰ ਥਾਂ ਤੇ ਜਿਹੜਾ ਝਗੜਾ ਕਰਨ ਵਾਸਤੇ ਤਿਆਰ ਹੀ ਰਹਿੰਦਾ ਹੈ, ਬੜਾ ਗੁਸੈਲ ਹੈ, ਮਹਾਰਾਜ ਕਹਿੰਦੇ ਇਹ ਅੰਦਰੋਂ ਅੰਦਰੀ ਕਿਰਦਾ ਜਾ ਰਿਹਾ, ਤਾਕਤ ਇਹਦੀ ਖਤਮ ਹੋ ਰਹੀ ਹੈ।
ਕਈਆਂ ਦੀ ਆਦਤ ਹੁੰਦੀ ਹੈ ਜੇ ਬਾਜ਼ਾਰ ਵਿੱਚ ਜਾਣ ਉੱਥੇ ਝਗੜਾ ਕਰਦੇ ਨੇ, ਜੇ ਘਰ ਵਿੱਚ ਵਾਪਸ ਆਉਣ ਤੇ ਘਰੇ ਆ ਕੇ ਵੀ ਝਗੜਾ ਕਰਦੇ ਨੇ। ਈਵਨ ਕਿ ਐਸਾ ਬੰਦਾ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ ਵਿੱਚ ਚਲਾ ਜਾਵੇ, ਉੱਥੇ ਜਾ ਕੇ ਵੀ ਝਗੜਾ ਹੀ ਕਰਦਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਝਗੜਾ ਕਰਦਿਆਂ ਅਨ ਦਿਨ ਗੁਜ਼ਰੈ, ਸ਼ਬਦ ਨਾ ਕਰੈ ਵਿਚਾਰ। ਕਈਆਂ ਦੀ ਸਾਰੀ ਜ਼ਿੰਦਗੀ ਝਗੜਦਿਆਂ ਹੀ ਗੁਜ਼ਰ ਜਾਂਦੀ ਹੈ। ਉਹ ਗੁੱਸੇ ਵਿੱਚ ਲਾਲ ਪੀਲੇ ਹੀ ਹੋਏ ਰਹਿੰਦੇ ਨੇ। ਪਰ ਸਾਹਿਬ ਕਹਿੰਦੇ ਉਹ ਗੁੱਸਾ, ਉਹ ਕ੍ਰੋਧ ਸਰੀਰ ਨੂੰ ਅੰਦਰੋਂ ਅੰਦਰ ਹੀ ਗਾਲਦਾ ਹੈ। ਇਸੇ ਤਰ੍ਹਾਂ ਕਾਮ ਵੀ ਸਰੀਰ ਦੀ ਸ਼ਕਤੀ ਨੂੰ, ਊਰਜਾ ਨੂੰ ਬਹੁਤ ਜ਼ਿਆਦਾ ਨਸ਼ਟ ਕਰਦਾ ਹੈ। ਤੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰਾਹੀਂ ਸਰੀਰ ਦੀ ਸ਼ਕਤੀ ਜਿਹੜੀ ਨਸ਼ਟ ਹੋਣੀ ਹੈ, ਇਹੀ ਹੈ ਸਰੀਰ ਦਾ ਕਲਰ ਦੀ ਕੰਧ ਵਾਂਗ ਕਿਰਣਾ। ਕਲਰ ਕੇ ਦੀ ਕੰਧ ਚੋਂ। ਤੋ ਗੁਰੂ ਸਾਹਿਬ ਕਹਿੰਦੇ ਨੇ ਹਰ ਬੰਦਾ, ਤਕਰੀਬਨ ਹਰ ਵਿਅਕਤੀ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਸਹਿਜੇ ਸਹਿਜੇ ਆਪਣੀ ਊਰਜਾ, ਆਪਣੀ ਸ਼ਕਤੀ ਨੂੰ ਖਤਮ ਕਰ ਰਿਹਾ ਹੈ। ਤੇ ਇਹ ਸ਼ਕਤੀ ਇੰਨੀ ਮਹਾਨ ਹੈ, ਇਹ ਸ਼ਕਤੀ ਐਸੀ ਪਰਮੇਸ਼ਰ ਦੀ ਦਾਤ ਹੈ ਜਿਸ ਦੇ ਨਾਲ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ। ਇਸ ਊਰਜਾ ਦੀ ਸਵੱਲੀ ਵਰਤੋਂ ਕਰਕੇ ਅਸੀਂ ਰੱਬ ਨੂੰ ਪਾ ਸਕਦੇ ਹਾਂ। ਪਰ ਜਦੋਂ ਕਾਮ ਕ੍ਰੋਧ ਦੇ ਵਿੱਚ ਇਹੀ ਊਰਜਾ ਅਸੀਂ ਵਰਤਦੇ ਹਾਂ, ਲਾਉਂਦੇ ਹਾਂ, ਤੇ ਫਿਰ ਸਮਝੋ ਇਸ ਊਰਜਾ ਨੂੰ ਆਪਾਂ ਨਸ਼ਟ ਕਰ ਲੈਂਦੇ ਹਾਂ। ਤਾਕਤ ਤੇ ਇੱਕ ਹੀ ਹੈ, ਸ਼ਕਤੀ ਇੱਕ ਹੀ ਹੈ। ਉਸੇ ਸ਼ਕਤੀ ਨੂੰ ਰਾਮ ਤੱਕ ਪਹੁੰਚਾਇਆ ਜਾ ਸਕਦਾ ਹੈ ਤੇ ਉਸੇ ਹੀ ਸ਼ਕਤੀ ਨਾਲ ਕਾਮ ਵਾਸ਼ਨਾ ਨੂੰ ਭੋਗਿਆ ਜਾਂਦਾ ਹੈ। ਜਿਹੜਾ ਵਿਅਕਤੀ ਆਪਣੇ ਆਪ ਦੇ ਉੱਪਰ ਕਾਬੂ ਰੱਖ ਕੇ, ਵਿਕਾਰਾਂ ਤੇ ਕਾਬੂ ਪਾ ਕੇ ਊਰਜਾ ਨੂੰ ਸਹੀ ਢੰਗ ਨਾਲ ਵਰਤਣ ਦੀ ਜਾਚ ਸਿੱਖ ਲੈਂਦਾ ਹੈ, ਮਹਾਰਾਜ ਕਹਿੰਦੇ ਨੇ ਉਹ ਬੰਦਾ ਰੱਬ ਤੱਕ ਪਹੁੰਚ ਜਾਂਦਾ ਹੈ। ਤੇ ਜਿਹੜਾ ਆਪਣੇ ਆਪ ਨੂੰ ਨਹੀਂ ਸਾਂਭਦਾ, ਨਹੀਂ ਕਾਬੂ ਵਿੱਚ ਰੱਖਦਾ, ਉਹਦਾ ਜੀਵਨ ਤਾਂ ਭਾਈ ਕਲਰ ਦੀ ਕੰਧ ਵਾਂਗ ਕਿਰਦਾ ਕਿਰਦਾ ਢੱਠ ਜਾਂਦਾ ਹੈ। ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁਖ ਨਾ ਜਾਏ। ਸ਼ਬਦ ਭਾਵ ਉਪਦੇਸ਼, ਗੁਰੂ ਸਾਹਿਬ ਦਾ ਗਿਆਨ। ਗੁਰੂ ਦੇ ਗਿਆਨ ਤੋਂ ਬਗੈਰ ਸੁੱਖ ਨਹੀਂ ਪੈਦਾ ਹੋ ਸਕਦਾ, ਕਿਉਂਕਿ ਸੁੱਖ ਪੈਸੇ ਵਿੱਚ ਨਹੀਂ ਹੈ, ਸੁੱਖ ਹੈ ਗਿਆਨ ਵਿੱਚ, ਸਮਝ ਵਿੱਚ। ਜਦੋਂ ਗਿਆਨ ਹੋ ਗਿਆ ਕਿ ਬੰਦਾ ਕਦੇ ਧਨ ਨਾਲ ਨਹੀਂ ਰੱਜਦਾ, ਮਨੁੱਖ ਕਦੇ ਵਿਸ਼ੇ ਵਾਸ਼ਨਾਵਾਂ ਨੂੰ ਭੋਗ ਕੇ ਨਹੀਂ ਰੱਜਦਾ, ਜਦੋਂ ਇਸ ਗੱਲ ਦਾ ਗਿਆਨ ਹੋ ਜਾਵੇ, ਫਿਰ ਕੁੱਲੀ ਵਿੱਚ ਰਹਿੰਦਿਆਂ ਵੀ ਮਨੁੱਖ ਸੁਖੀ ਹੋ ਜਾਂਦਾ ਹੈ। ਸੁਖੀ ਹੋਣ ਦਾ ਸੰਬੰਧ ਪੈਸੇ ਨਾਲ ਨਹੀਂ, ਵਿਸ਼ੇ ਵਾਸ਼ਨਾਵਾਂ ਦੇ ਨਾਲ ਨਹੀਂ, ਇੱਜ਼ਤ, ਮਾਨ, ਪ੍ਰਤਿਸ਼ਠਾ, ਚੰਗੇ ਰੁਤਬੇ ਪ੍ਰਾਪਤ ਕਰਨ ਦੇ ਨਾਲ ਖੁਸ਼ੀ ਦਾ, ਸੁੱਖ ਦਾ ਸੰਬੰਧ ਨਹੀਂ ਹੈ। ਸੁੱਖ ਦਾ ਸੰਬੰਧ ਗਿਆਨ ਨਾਲ ਹੈ। ਜਦੋਂ ਗਿਆਨ ਹੋ ਜਾਵੇ ਫਿਰ ਹਰ ਹਾਲਤ ਦੇ ਵਿੱਚ ਬੰਦਾ ਸੁਖੀ ਹੀ ਹੁੰਦਾ ਹੈ। ਇਸ ਕਰਕੇ ਹਜੂਰ ਕਹਿੰਦੇ ਬਿਨ ਸ਼ਬਦੈ ਸੁਖ ਨਾ ਥੀਐ। ਗੁਰੂ ਦੇ ਗਿਆਨ ਤੋਂ ਬਗੈਰ ਜੀਵਨ ਦੇ ਵਿੱਚ ਕਦੇ ਵੀ ਸੁੱਖ ਨਹੀਂ ਆ ਸਕਦਾ। ਮਹਿਲਾਂ ਵਿੱਚ ਰਹਿ ਕੇ ਵੀ ਬੰਦਾ ਰੋਂਦਾ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਐ। ਸਤਿਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਘਰ ਵਿੱਚ ਬਹੁਤਾ ਪੈਸਾ ਹੋਵੇ ਉਹਨੂੰ ਇੰਨੀ ਚਿੰਤਾ ਹੁੰਦੀ ਹੈ ਕਿ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ ਹੈ। ਮਨ ਇੰਨਾ ਬੇਚੈਨ ਹੁੰਦਾ, ਨੀਂਦ ਨਹੀਂ ਆਉਂਦੀ। ਹਾਂ, ਜਿਹੜੇ ਬਿਸਤਰੇ ਤੇ ਲੰਮਾ ਪਿਆ ਹੈ ਉਹ ਬਿਸਤਰਾ ਬੜਾ ਮਹਿੰਗਾ ਹੈ। ਜਿਹੜੇ ਬੈੱਡ ਤੇ ਸੌਂਦਾ ਹੈ ਉਹ ਬੈੱਡ ਵੀ ਕਰੋੜਾਂ ਦੇ ਵਿੱਚ ਬਣੇ ਨੇ, ਪਰ ਨੀਂਦ ਫਿਰ ਵੀ ਨਹੀਂ ਆਉਂਦੀ,
ਕਿਉਂਕਿ ਗਿਆਨ ਕੋਲ ਨਹੀਂ। ਜੇ ਗਿਆਨ ਹੋਵੇ, ਜੇ ਸਮਝ ਹੋਵੇ, ਫਿਰ ਪਤਾ ਲੱਗ ਜਾਏ ਕਿ ਦੁਨੀਆ ਵਿੱਚ ਕੀ ਸੁੱਖ ਕੀ ਦੁੱਖ ਸਭ ਪਰਮੇਸ਼ਰ ਦਾ ਭਾਣਾ ਹੈ। ਜਦੋਂ ਭਾਣੇ ਨੂੰ ਸਮਝ ਲਵੇਗਾ, ਮਹਾਰਾਜ ਕਹਿੰਦੇ, ਤਾਂ ਹੀ ਸੁੱਖ ਆ ਸਕਦਾ। ਗੁਰੂ ਦੇ ਉਪਦੇਸ਼ ਤੋਂ ਬਗੈਰ ਭਾਈ ਸੁੱਖ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਪਿਰ ਬਿਨ ਦੁੱਖ ਨਾ ਜਾਏ। ਪਿਰ ਕਹੀਏ ਪਤੀ ਪਰਮੇਸ਼ਰ ਵਾਹਿਗੁਰੂ, ਉਹਦੀ ਕਿਰਪਾ ਤੋਂ ਬਗੈਰ ਸੰਸਾਰ ਦੇ ਵਿੱਚ ਬੰਦੇ ਦੀ ਜ਼ਿੰਦਗੀ ਚੋਂ ਦੁੱਖ ਨਹੀਂ ਖਤਮ ਹੋ ਸਕਦੇ। ਮੁੰਦੇ ਪਿਰ ਬਿਨ ਕਿਆ ਸੀਗਾਰ। ਮੁੰਦੇ ਭਾਵ ਹੈ ਮੁਗਧ ਇਸਤਰੀ, ਹੈ ਮੂਰਖ ਔਰਤ, ਪਿਰ ਬਿਨ ਕਿਆ ਸੀਗਾਰ। ਜਦੋਂ ਤੱਕ ਤੇਰੇ ਮਾਪਿਆਂ ਨੇ ਤੈਨੂੰ ਤੇਰੇ ਪਤੀ ਦੇ ਲੜ ਨਹੀਂ ਲਾਇਆ, ਤੂੰ ਲਾਵਾਂ ਲੈ ਕੇ ਕਿਸੇ ਦਾ ਪੱਲਾ ਪਕੜ ਕੇ ਲੜ ਨਹੀਂ ਲੱਗੀ, ਉਦੋਂ ਤੱਕ ਤੇਰਾ ਸ਼ਿੰਗਾਰ ਕਰਨਾ ਵਿਅਰਥ ਹੈ। ਕਿਆ ਸੀਗਾਰ, ਕੀ ਫਾਇਦਾ ਹੈ ਸ਼ਿੰਗਾਰ ਕਰਨ ਦਾ, ਅਥਵਾ ਕੀ ਲੋੜ ਹੈ ਸ਼ਿੰਗਾਰ ਕਰਨ ਦੀ, ਜਿੰਨਾ ਚਿਰ ਤੱਕ ਤੂੰ ਆਪਣੇ ਪਤੀ ਦੇ ਲੜ ਨਹੀਂ ਲੱਗੀ। ਹਾਂ, ਜਦੋਂ ਨਾਨਕਿਆਂ ਦਾਦਕਿਆਂ ਦੇ ਵਿੱਚ, ਸਾਰੇ ਰਿਸ਼ਤੇਦਾਰਾਂ ਦੇ ਵਿੱਚ ਤੇਰੇ ਮਾਪਿਆਂ ਨੇ ਪਤੀ ਦੇ ਲੜ ਲਾ ਦਿੱਤਾ, ਉਸ ਤੋਂ ਬਾਅਦ ਵਿੱਚ ਤੇਰਾ ਕੀਤਾ ਹੋਇਆ ਹਾਰ ਸ਼ਿੰਗਾਰ ਪ੍ਰਵਾਨ ਹੈ। ਪਤੀ ਤੋਂ ਬਗੈਰ ਇਹ ਸ਼ਿੰਗਾਰ ਵਿਅਰਥ ਹੈ। ਕਹਿਣ ਤੋਂ ਭਾਵ ਕਿ ਜਿਹੜਾ ਵਿਅਕਤੀ ਧਰਮ ਦਾ ਲਿਬਾਸ, ਧਰਮ ਦਾ ਬਾਣਾ ਪਾਉਣ ਰੂਪੀ ਸ਼ਿੰਗਾਰ ਕਰਦਾ ਹੈ, ਪਰ ਪਰਮਾਤਮਾ ਦੇ ਲੜ ਨਹੀਂ ਲੱਗਿਆ, ਮਹਾਰਾਜ ਕਹਿੰਦੇ ਇਹ ਸ਼ਿੰਗਾਰ ਵੀ ਵਿਅਰਥ ਹੈ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸੀਗਾਰ। ਜਿਹੜਾ ਪ੍ਰਭੂ ਪਤੀ ਨਾਲ ਨਹੀਂ ਜੁੜਿਆ, ਉਸਨੇ ਆਪਣੇ ਤਨ ਦੇ ਉੱਪਰ ਧਰਮ ਦਾ ਬਾਣਾ ਪਾਉਣ ਰੂਪੀ ਸ਼ਿੰਗਾਰ ਕੀਤਾ ਹੈ। ਸਾਹਿਬ ਕਹਿੰਦੇ ਇਹ ਸ਼ਿੰਗਾਰ ਵਿਅਰਥ ਹੈ। ਯੂਰਪ ਕੰਟਰੀਜ਼ ਦੇ ਵਿੱਚ ਮੁਰਦਿਆਂ ਦਾ ਵੀ ਸ਼ਿੰਗਾਰ ਕੀਤਾ ਜਾਂਦਾ। ਕਈ ਵਾਰੀ ਮ੍ਰਿਤਕ ਸਰੀਰ ਨੂੰ ਕਈ ਦਿਨ, 15 ਦਿਨ, 20 ਦਿਨ ਰੱਖਣਾ ਪੈਂਦਾ ਹੈ, ਤੇ 15-20 ਦਿਨਾਂ ਦੇ ਵਿੱਚ ਤਾਂ ਬੰਦੇ ਦਾ ਚਿਹਰਾ ਬੜਾ ਡਰਾਉਣਾ ਬਣ ਜਾਵੇਗਾ, ਕਿਉਂਕਿ ਸੁੰਨੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਕੱਲ ਦਾ ਸ਼ਬਦ ਹੈ। 15-20 ਦਿਨਾਂ ਤੱਕ ਤਾਂ ਚਿਹਰਾ, ਸਰੀਰ ਬੜਾ ਡਰਾਵਣਾ ਬਣ ਜਾਏਗਾ। ਇਸ ਕਰਕੇ ਉਹ ਚਿਹਰੇ ਦਾ ਸ਼ਿੰਗਾਰ ਕਰ ਦਿੰਦੇ ਨੇ, ਇਹੋ ਜਿਹੀਆਂ ਕਰੀਮਾਂ ਤੇ ਦਵਾਈਆਂ ਲਾ ਦਿੰਦੇ ਨੇ ਜਿਹਦੇ ਨਾਲ ਚਿਹਰਾ ਕਾਫੀ ਦਿਨਾਂ ਵਾਸਤੇ ਖਿੜਿਆ ਰਹਿੰਦਾ ਹੈ। ਅੰਦਰ ਪ੍ਰਮਾਤਮਾ ਦੀ ਜੋਤ ਨਹੀਂ, ਅੰਦਰੋਂ ਆਤਮਾ ਨਿਕਲ ਚੁੱਕੀ ਹੈ। ਸਰੀਰ ਤੇ ਮੁਰਦਾ ਹੈ, ਪਰ ਮੁਰਦੇ ਸਰੀਰ ਦਾ ਸ਼ਿੰਗਾਰ ਕਰਕੇ ਇਸ ਢੰਗ ਨਾਲ ਵਿਖਾ ਦਿੱਤਾ ਜਾਂਦਾ ਹੈ ਕਿ ਜਿਵੇਂ ਇਹ ਬੰਦਾ ਜਿਉਂਦਾ ਹੋਵੇ। ਹੈ ਤੇ ਮੁਰਦਾ, ਪਰ ਸ਼ਿੰਗਾਰ ਦੇ ਨਾਲ ਬੰਦੇ ਦੀਆਂ ਨਜ਼ਰਾਂ ਨੂੰ ਧੋਖਾ ਦੇ ਦਿੱਤਾ ਕਿ ਇਹ ਜਿਉਂਦਾ ਹੈ। ਬਸ ਉਹਨੂੰ ਐਵੇਂ ਦਾ ਬਣਾ ਦਿੱਤਾ ਕਿ ਜਿਵੇਂ ਕੋਈ ਸੁੱਤਾ ਹੋਵੇ। ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਮੁਰਦੇ ਦਾ ਸ਼ਿੰਗਾਰ ਕੀਤਾ ਜਾਣਾ ਵਿਅਰਥ ਹੈ, ਭਾਵ ਅੰਦਰ ਆਤਮਾ ਨਹੀਂ ਪਰ ਬਾਹਰੋਂ ਕੀਤਾ ਹੋਇਆ ਸ਼ਿੰਗਾਰ ਵਿਅਰਥ ਹੈ, ਇਸੇ ਤਰ੍ਹਾਂ ਭਾਈ ਜਿਸ ਦੇ ਅੰਦਰ ਵਾਹਿਗੁਰੂ ਦੀ ਯਾਦ ਨਹੀਂ, ਉਹਦੇ ਸਰੀਰ ਉੱਪਰ ਧਰਮ ਦੇ ਬਾਣੇ ਦਾ ਕੀਤਾ ਸ਼ਿੰਗਾਰ ਵੀ ਵਿਅਰਥ ਹੈ। ਪਿਰ ਬਿਨ ਕਿਆ ਸੀਗਾਰ। ਕੀ ਫਾਇਦਾ ਹੈ ਪ੍ਰਭੂ ਪਤੀ ਦੀ ਮਿਲਾਪ ਤੋਂ ਬਗੈਰ ਕੀਤੇ ਹੋਏ ਸ਼ਿੰਗਾਰ ਦਾ, ਭਾਵ ਧਰਮ ਦੇ ਬਾਣੇ ਨੂੰ ਪਾਉਣ ਦਾ। ਦਰ ਕਰ ਢੋਈ ਨਾ ਲਹੈ, ਦਰਗਹਿ ਝੂਠ ਖੁਆਰ। ਜਦੋਂ ਤੱਕ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਅਥਵਾ ਜਦੋਂ ਤੱਕ ਸ਼ੁਭ ਗੁਣਾਂ ਦਾ ਸ਼ਿੰਗਾਰ ਨਹੀਂ ਕਰਦਾ, ਉਦੋਂ ਤੱਕ ਦਰ ਘਰ ਢੋਈ ਨਾ ਲਹੈ। ਵਾਹਿਗੁਰੂ ਦੇ ਦਰ ਉੱਪਰ, ਪਰਮੇਸ਼ਰ ਦੇ ਘਰ ਵਿੱਚ, ਦਰ ਕੀ ਹੈ? ਸਰੀਰ। ਘਰ ਹੈ ਹਿਰਦਾ। ਹਿਰਦੇ ਰੂਪੀ ਘਰ ਦੇ ਵਿੱਚ ਢੋਈ ਨਾ ਲਹੈ, ਆਸਰਾ ਨਹੀਂ ਮਿਲਦਾ, ਅਥਵਾ ਸੱਚਖੰਡ ਰੂਪੀ ਘਰ ਦੇ ਵਿੱਚ ਆਸਰਾ ਨਹੀਂ ਮਿਲਦਾ।
ਦਰਗਹ ਝੂਠ ਖੁਆਰ। ਤੇ ਦਰਗਾਹ ਦੇ ਵਿੱਚ ਉਹ ਝੂਠਾ ਵਿਅਕਤੀ ਖੁਆਰ ਹੁੰਦਾ ਹੈ, ਆਵਾਜ਼ਾਰ ਹੁੰਦਾ ਹੈ, ਜਿਹੜਾ ਇਸ ਸੰਸਾਰ ਦੇ ਉੱਪਰ ਸ਼ੁਭ ਗੁਣਾਂ ਦਾ ਸ਼ਿੰਗਾਰ ਨਹੀਂ ਕਰ ਸਕਿਆ। ਉਹਨੂੰ ਰੱਬ ਦੇ ਘਰ ਵਿੱਚ ਵੀ ਢੋਈ ਨਹੀਂ ਮਿਲਦੀ। ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸਤਿਗੁਰੂ ਜੀ ਤੁਸੀਂ ਆਪਣੀ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ, ਮੈਂ ਆਪਣੇ ਧਨ ਭਾਗ ਸਮਝਦਾ ਹਾਂ, ਤੇ ਜੇ ਆਪ ਜੀ ਕਿਰਪਾ ਦੇ ਘਰ ਵਿੱਚ ਆਏ ਹੋ ਤੇ ਇੱਕ ਕਿਰਪਾ ਦ੍ਰਿਸ਼ਟੀ ਹੋਰ ਕਰੋ ਕਿ ਪਰਲੋਕ ਵਿੱਚ ਵੀ ਆਪਣੇ ਚਰਨਾਂ 'ਚ ਥਾਂ ਦੇ ਦਿਓ। ਗੁਰੂ ਸਾਹਿਬ ਕਹਿੰਦੇ, ਡੱਲਿਆ ਅਸੀਂ ਇਹ ਨਿਯਮ ਬਣਾ ਦਿੱਤਾ ਹੈ ਕਿ ਜਿਹੜਾ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੇਗਾ ਉਸੇ ਨੂੰ ਹੀ ਪਰਲੋਕ ਵਿੱਚ ਆਪਣੇ ਚਰਨਾਂ 'ਚ ਜਗ੍ਹਾ ਦੇਵਾਂਗੇ। ਜੇ ਤੂੰ ਅੰਮ੍ਰਿਤ ਪਾਨ ਕਰ ਲਵੇਂ ਤੇ ਤੇਰੀ ਇੱਛਾ ਪ੍ਰਵਾਨ ਕਰ ਸਕਦੇ ਹਾਂ। ਭਾਈ ਡੱਲਾ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਿਆ, ਸਮੇਤ ਪਰਿਵਾਰ ਦੇ ਅੰਮ੍ਰਿਤ ਛਕਿਆ। ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਉ ਪਾਰ ਲੰਘਾਵੈ। ਜਦੋਂ ਇਹ ਬਚਨ ਪੜਿਆ, ਸਤਿਗੁਰੂ ਪਾਤਸ਼ਾਹ ਜੀ ਨੂੰ ਫਤਿਹ ਬੁਲਾਈ ਤੇ ਮਹਾਰਾਜ ਕਹਿੰਦੇ, ਡੱਲਿਆ ਤੂੰ ਪੀੜੀ ਜਿੰਨੀ ਥਾਂ ਮੰਗਦਾ ਸੀ, ਹੁਣ ਭਾਵੇਂ ਪਲੰਘ ਢਾ ਕੇ ਬੈਠਾ ਰਵੀਂ, ਤੈਨੂੰ ਕੋਈ ਵੀ ਨਹੀਂ ਰੋਕੇਗਾ, ਤੂੰ ਹੁਣ ਮੇਰਾ ਹੋ ਗਿਆ। ਤੋ ਸਾਹਿਬ ਕਹਿੰਦੇ, ਦਰਗਾਹ ਵਿੱਚ ਉਸੇ ਨੂੰ ਢੋਈ ਮਿਲਦੀ ਹੈ ਜਿਨਨੇ ਇਸ ਦੁਨੀਆ ਤੇ ਰਹਿੰਦਿਆਂ ਸ਼ੁਭ ਗੁਣਾਂ ਦਾ ਸ਼ਿੰਗਾਰ ਕੀਤਾ ਹੈ, ਅਥਵਾ ਜਿਨਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ, ਰਹਿਤ ਮਰਿਆਦਾ ਵਿੱਚ ਪਰਪੱਕ ਹੈ। ਉਸੇ ਸਿੱਖ ਨੂੰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੱਚਖੰਡ 'ਚ ਥਾਂ ਮਿਲਦੀ ਹੈ। ਨਹੀਂ ਤਾਂ ਭਾਈ ਦਰ ਘਰ ਢੋਈ ਨਾ ਲਹੈ, ਵਾਹਿਗੁਰੂ ਦੇ ਘਰ ਵਿੱਚ ਕੋਈ ਆਸਰਾ ਨਹੀਂ ਮਿਲਦਾ। ਦਰਗਾਹ ਵਿੱਚ ਉਹ ਝੂਠੇ ਪੁਰਸ਼ ਹਮੇਸ਼ਾ ਖੁਆਰ ਹੁੰਦੇ ਹਨ, ਦੁਖੀ ਹੁੰਦੇ ਹਨ, ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਆਪ ਸੁਜਾਨ ਨ ਭੁਲਈ, ਸੱਚਾ ਵੱਡ ਕਿਰਸਾਨ। ਇੱਕ ਸਿਆਣੇ ਕਿਰਸਾਨ ਦੀ, ਸਿਆਣੇ ਇੱਕ ਕਾਸ਼ਤਕਾਰ ਦੀ ਪਛਾਣ ਹੈ ਕਿ ਜ਼ਮੀਨ ਦੇ ਵਿੱਚ ਬੀਜ ਬੀਜਣ ਤੋਂ ਪਹਿਲਾਂ ਧਰਤੀ ਨੂੰ ਚੰਗੀ ਤਰ੍ਹਾਂ ਬਣਾਉਂਦਾ ਹੈ, ਪੈਲੀ ਚੰਗੀ ਤਰ੍ਹਾਂ ਬਣਾਉਂਦਾ, ਫਿਰ ਉਹਦੇ ਵਿੱਚ ਬੀਜ ਬੀਜਦਾ, ਪੋਲੀ ਨੂੰ ਪੁੱਟਦਾ, ਘਾਹ ਨੂੰ ਪੁੱਟਦਾ ਹੈ, ਜ਼ਮੀਨ ਵਾਹੁੰਦਾ ਹੈ, ਚੰਗੀ ਤਰ੍ਹਾਂ ਜ਼ਮੀਨ ਪੱਧਰ ਕਰਦਾ ਹੈ ਸਿਆਣਾ ਕਿਸਾਨ। ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੇਰੇ ਖੇਤ ਦੇ ਵਿੱਚ ਟਿੱਬੇ ਹੋਣਗੇ, ਉੱਚੀ ਨੀਵੀਂ ਥਾਂ ਹੋਵੇਗੀ, ਤੇ ਬੀਜ ਪ੍ਰਫੁੱਲਤ ਨਹੀਂ ਹੋ ਸਕੇਗਾ। ਬੀਜ ਨੂੰ ਫਲੀਭੂਤ ਹੋਣ ਵਾਸਤੇ ਜ਼ਮੀਨ ਪੱਧਰ ਹੋਣੀ ਚਾਹੀਦੀ ਹੈ, ਪੋਲੀ ਪੁੱਟੀ ਹੋਈ ਹੋਵੇ, ਘਾਹ ਵੀ ਕੱਢਿਆ ਹੋਵੇ, ਜ਼ਮੀਨ ਸਾਫ਼ ਕੀਤੀ ਹੋਏ। ਤੇ ਮਹਾਰਾਜ ਕਹਿੰਦੇ, ਪਰਮੇਸ਼ਰ ਵੀ ਬਹੁਤ ਵੱਡਾ ਕਿਸਾਨ ਹੈ। ਜਿਵੇਂ ਇੱਕ ਸਿਆਣੇ ਕਿਸਾਨ ਦੀ ਪਛਾਣ ਹੈ ਕਿ ਉਹ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੁੰਦਾ ਹੈ, ਬਣਾਉਂਦਾ ਹੈ, ਇਸੇ ਤਰ੍ਹਾਂ ਭਾਈ ਪਰਮੇਸ਼ਰ ਵੀ ਆਪ ਸੁਜਾਨ ਨਾ ਭੁੱਲਈ। ਉਹ ਵਾਹਿਗੁਰੂ ਆਪ ਬਹੁਤ ਸੁਜਾਨ ਭਾਵ ਸਿਆਣਾ ਹੈ, ਨਾ ਭੁੱਲਈ, ਕੋਈ ਭੁੱਲ ਨਹੀਂ ਕਰਦਾ। ਸੱਚਾ ਵੱਡ ਕਿਰਸਾਨ, ਉਹ ਬਹੁਤ ਵੱਡਾ ਕਿਸਾਨ ਹੈ ਜਿਨਨੇ ਇਸ ਧਰਤੀ ਦੇ ਉੱਪਰ ਜੀਵਾਂ ਦੀ ਬੇਅੰਤ ਖੇਤੀ ਰੂਪ ਇਹ ਜੀਵ ਪੈਦਾ ਕੀਤੇ ਨੇ। ਬੇਅੰਤ ਜੀਵਾਂ ਨੂੰ ਜਿਸ ਨੇ ਜਨਮ ਦਿੱਤਾ ਹੈ, ਇਹ ਖੇਡ ਜਿਸ ਨੇ ਰਚਾਈ ਹੈ, ਉਹ ਵੀ ਭਾਈ ਬੜਾ ਵੱਡਾ ਕਿਸਾਨ ਹੈ। ਪਹਿਲਾ ਧਰਤੀ ਸਾਧਕੈ, ਸੱਚ ਨਾਮ ਦੇ ਦਾਨ। ਗੁਰੂ ਸਾਹਿਬ ਕਹਿੰਦੇ, ਹੇ ਗੁਰਸਿੱਖਾ, ਤੂੰ ਵੀ ਆਪਣੇ ਆਪ ਵਿੱਚ ਇੱਕ ਸਿਆਣਾ ਸੂਝਵਾਨ ਕਿਸਾਨ ਬਣ ਤੇ ਪਹਿਲਾਂ ਧਰਤੀ ਸਾਧਕੈ। ਸਰੀਰ ਰੂਪੀ ਧਰਤੀ ਨੂੰ ਪਹਿਲਾਂ ਸਾਧ, ਇਹਦੇ ਵਿੱਚੋਂ ਵਿਸ਼ੇ ਵਿਕਾਰਾਂ ਦਾ ਘਾਹ, ਹੰਕਾਰ ਰੂਪੀ ਪੋਲੀ ਪੁੱਟ ਕੇ ਪਾਸੇ ਕਰ।
ਤੇ ਜਦੋਂ ਮਨ ਬਿਲਕੁਲ ਮੈਦਾਨ ਵਰਗਾ ਭਾਵ ਪੱਧਰ ਹੋ ਗਿਆ, ਫਿਰ ਇਹਦੇ ਵਿੱਚ ਨਾਮ ਦਾ ਬੀਜ ਬੀਜ। ਬਾਣੀ ਦਾ ਬਚਨ ਹੈ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ। ਜੇ ਇਸ ਸਰੀਰ ਦੇ ਵਿੱਚ ਨਾਮ ਦਾ ਬੀਜ ਬੀਜਣਾ ਹੈ ਤੇ ਪਹਿਲਾਂ ਟੋਏ ਟਿੱਬੇ ਖਰੋਚ ਕੇ, ਸੁਹਾਗਾ ਫੇਰ ਕੇ, ਕਿਰਾਇਆ ਫੇਰ ਕੇ ਉਹਨਾਂ ਨੂੰ ਪੱਧਰ ਕਰਨਾ ਪਵੇਗਾ, ਤਾਂ ਹੀ ਭਾਈ ਬੀਜ ਪ੍ਰਫੁੱਲਤ ਹੋ ਸਕਦਾ ਹੈ। ਪਹਿਲਾਂ ਧਰਤੀ ਸਾਧ ਕੇ, ਧਰਤੀ ਨੂੰ ਸਾਧਿਆ ਜਾਵੇ, ਬਣਾਇਆ ਜਾਏ, ਫਿਰ ਸੱਚ ਨਾਮ ਦੇ ਦਾਣ, ਦਾਣ ਤੋਂ ਭਾਵ ਹੈ ਦਾਣਾ, ਬੀਜ, ਸੱਚੇ ਨਾਮ ਦਾ ਬੀਜ, ਸੱਚੇ ਨਾਮ ਦਾ ਕਣ ਤਾਂ ਇਹਦੇ ਵਿੱਚ ਬੀਜੀ ਜੇ ਪਹਿਲਾਂ ਧਰਤੀ ਨੂੰ ਸਾਧਿਆ ਹੋਇਆ ਹੋਵੇਗਾ। ਨਹੀਂ ਤਾਂ ਇੱਕ ਪਾਸੇ ਤੂੰ ਨਾਮ ਦਾ ਬੀਜ ਬੀਜ ਦੇਵੇਂਗਾ, ਉਹਦੇ ਨਾਲ ਵਿਸ਼ੇ ਵਿਕਾਰ ਵੀ ਪ੍ਰਫੁੱਲਤ ਹੁੰਦੇ ਹੀ ਰਹਿਣਗੇ, ਕਿਉਂਕਿ ਤੂੰ ਉਹਨਾਂ ਨੂੰ ਆਪਣੇ ਅੰਦਰੋਂ ਖਤਮ ਨਹੀਂ ਕੀਤਾ। ਤੇ ਖੇਤ ਸਰੀਰ ਜੋ ਬੀਜ ਗਿਆ ਸੋ ਅੰਤ ਖਲੋਆ ਆਏ। ਇਹਦੇ ਵਿੱਚ ਤਾਂ ਜੋ ਵੀ ਬੀਜੇਗਾ ਉਹੀ ਭਾਈ ਪੈਦਾ ਹੋ ਜਾਵੇਗਾ। ਤੇ ਨਾਮ ਦਾ ਦਾਣਾ, ਨਾਮ ਦਾ ਬੀਜ ਬੀਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਵੇਖ, ਚੰਗੀ ਤਰ੍ਹਾਂ ਆਪਣੇ ਸਰੀਰ ਅੰਦਰ ਝਾਤ ਮਾਰ ਕਿ ਕਿਤੇ ਕੋਈ ਵਿਕਾਰਾਂ ਦੀ ਅੰਸ਼ ਤੇ ਨਹੀਂ ਰਹਿ ਗਈ। ਵਿਕਾਰਾਂ ਰੂਪੀ ਗੰਧ, ਵਿਕਾਰਾਂ ਰੂਪੀ ਘਾਹ ਪੋਲੀ ਤਾਂ ਨਹੀਂ ਹੈ ਜਿਹੜੀ ਨਾਮ ਦੇ ਬੀਜ ਨੂੰ ਉੱਗਣ ਦੇ ਵਿੱਚ ਤੇ ਫਲੀਭੂਤ ਹੋਣ ਵਿੱਚ ਰੋਕ ਲਾਵੇਗੀ। ਸਹਿਬ ਇਸ ਕਰਕੇ ਕਹਿੰਦੇ ਪਹਿਲਾਂ ਭਾਈ ਚੰਗੀ ਤਰ੍ਹਾਂ ਧਰਤੀ ਨੂੰ ਸਾਧ। ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ 9 ਦੁਆਰੇ ਸਾਧ ਸਾਧ ਸਦਾਇਆ, ਆਪਣੀਆਂ 9 ਗੋਲਕਾਂ ਨੂੰ ਸਾਧਨਾ ਕਰ, ਆਪਣੇ ਮਨ ਨੂੰ ਸਾਧ, ਫਿਰ ਹੀ ਭਾਈ ਇਸ ਸਰੀਰ ਦੇ ਵਿੱਚ ਨਾਮ ਦਾ ਬੀਜ ਬੀਜਣ ਨਾਲ ਇਹ ਪ੍ਰਫੁੱਲਤ ਹੋਵੇਗਾ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨੀਸਾਨ। 9 ਨਿਧ ਭਾਵ 9 ਖਜ਼ਾਨੇ, 9 ਨਿਧੀਆਂ ਤੇ 18 ਸਿੱਧੀਆਂ ਉਸ ਸਿੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਫਿਰ ਉਪਜੈ ਨਾਮ ਏਕ, ਜਿਹਦੇ ਅੰਦਰ ਇੱਕ ਨਾਮ ਦਾ ਵਾਸ ਹੈ, ਉਹਦੇ ਅੰਦਰ 9 ਨਿਧੀਆਂ ਤੇ 18 ਸਿੱਧੀਆਂ ਦੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਨੇ। ਕਰਮ ਪਵੈ ਨੀਸਾਨ, ਕਰਮ ਦਾ ਅਰਥ ਹੈ ਬਖਸ਼ਿਸ਼। ਵਾਹਿਗੁਰੂ ਦੀ ਬਖਸ਼ਿਸ਼ ਦੇ ਕਰਕੇ ਜਿਸ ਸਿੱਖ ਦੇ ਮੱਥੇ ਦੇ ਉੱਪਰ ਨਿਸ਼ਾਨ ਭਾਵ ਚੰਗੇ ਲੇਖ ਪੈ ਗਏ, ਚੰਗੇ ਲੇਖ ਲਿਖੇ ਗਏ, ਉਸੇ ਸਿੱਖ ਨੂੰ 9 ਨਿਧੀਆਂ ਤੇ 18 ਸਿੱਧੀਆਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਗੁਰ ਕਉ ਜਾਨ ਨ ਜਾਣਈ, ਕਿਆ ਤਿਸ ਚੱਜ ਅਚਾਰ। ਜਿਹੜਾ ਸਿੱਖ ਆਪਣੇ ਗੁਰੂ ਨੂੰ ਨਹੀਂ ਜਾਣਦਾ, ਅਥਵਾ ਜਿਹੜਾ ਗੁਰੂ ਨੂੰ ਜਾਣੀ ਜਾਣ ਨਹੀਂ ਸਮਝਦਾ, ਜਿਸ ਨੂੰ ਹਾਲੇ ਤੱਕ ਇਹ ਗਿਆਨ ਨਹੀਂ ਹੋਇਆ ਕਿ ਮੇਰਾ ਗੁਰੂ ਅੰਤਰਜਾਮੀ ਹੈ, ਭਾਵੇਂ ਮੈਂ ਜਿੰਨੇ ਮਰਜ਼ੀ ਦੁਨੀਆ ਵਿੱਚ ਛਲ ਫਰੇਬ ਕਪਟ ਧੋਖੇ ਕਰਨੇ ਜਾਣਦਾ ਹੋਵਾਂ, ਪਰ ਮੈਂ ਆਪਣੇ ਗੁਰੂ ਤੋਂ ਕੁਝ ਨਹੀਂ ਲੁਕਾ ਸਕਦਾ। ਗੁਰੂ ਜਾਣੀ ਜਾਣ ਹੈ। ਲੋਕ ਕਮਾਵੇ ਕਿਸ ਤੇ ਜਾਂ ਸਭ ਕੋ ਰਹਿ ਹਦੂਰ। ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੀਆਂ 4 ਲਾਈਨਾਂ ਇਸੇ ਬਾਬਤ ਬੜੀਆਂ ਸੁੰਦਰ ਨੇ। ਕਹਿੰਦੇ ਸਤਿਗੁਰੂ ਜੀ, ਜਦੋਂ ਮੈਂ ਤੇਰੇ ਦਰਬਾਰ ਦੇ ਵਿੱਚ ਆਉਂਦਾ ਸੀ ਬੜਾ ਸੱਜ ਫੱਬ ਕੇ ਆਉਂਦਾ ਸੀ ਕਿ ਲੋਕ ਮੈਨੂੰ ਵੇਖਣ ਤੇ ਮੇਰੀ ਟੌਰ ਤੋਂ ਪ੍ਰਭਾਵਿਤ ਹੋਣ। ਮਹਿੰਗੇ ਕੱਪੜੇ, ਚੰਗੀ ਪੋਚਵੀਂ ਦਸਤਾਰ, ਫਿਰ ਸਰੀਰ ਤੇ ਸੈਂਟ ਪਾ ਕੇ ਮੈਂ ਖੁਸ਼ਬੂਆਂ ਮਹਿਕਾਂ ਲਾ ਕੇ ਤੇਰੇ ਘਰ ਵਿੱਚ ਆਉਂਦਾ ਸੀ। ਪਰ ਜਿੱਦਣ ਮੈਨੂੰ ਇਹ ਗਿਆਨ ਹੋਇਆ ਕਿ ਜਿਸ ਗੁਰੂ ਕੋਲ ਮੈਂ ਮਹਿੰਗੇ ਕੀਮਤੀ ਬਸਤਰ ਪਾ ਕੇ ਆਉਂਦਾ ਹਾਂ, ਉਹ ਗੁਰੂ ਮੇਰੇ ਬਸਤਰਾਂ ਵੱਲ ਨਹੀਂ ਵੇਖਦਾ, ਉਹ ਗੁਰੂ ਮੇਰੇ ਮਨ ਵੱਲ ਵੇਖਦਾ ਹੈ। ਮੇਰੇ ਮਨ ਅੰਦਰ ਚੱਲ ਰਹੀਆਂ ਸੋਚਾਂ, ਮੇਰੇ ਮਨ ਦੇ ਖਿਆਲਾਂ ਨੂੰ ਵੇਖਦਾ ਹੈ।
ਭਾਈ ਸਾਹਿਬ ਕਹਿੰਦੇ ਜਿੱਦਣ ਮੈਨੂੰ ਇਹ ਗਿਆਨ ਹੋਇਆ ਉਦਣ ਮੇਰੇ ਸਿਰ ਦੀ ਦਸਤਾਰ ਵੀ ਢੱਠੀ ਜਿਹੀ ਸੀ, ਕੱਪੜੇ ਵੀ ਮੈਂ ਪੁਰਾਣੇ ਜਿਹੇ ਪਾ ਲਏ, ਤੇ ਜਦੋਂ ਤੇਰੇ ਦਰ ਤੇ ਆਇਆ ਤੇ ਮੇਰੇ ਪੈਰ ਵੀ ਕੰਬਣ ਲੱਗ ਪਏ, ਮੈਂ ਡਰਨ ਲੱਗ ਪਿਆ ਤੇ ਡਰਦੇ ਹੋਏ ਨੇ ਤੇਰੇ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ, ਮੈਂ ਅਲਪੱਗ ਹਾਂ, ਤੂੰ ਸਰਬੱਗ ਹੈ, ਮੈਂ ਔਗਣਾਂ ਨਾਲ ਭਰਿਆ ਹਾਂ, ਤੂੰ ਗੁਣਾਂ ਦਾ ਸਮੁੰਦਰ ਹੈ। ਜੇ ਤੂੰ ਮੇਰੇ ਔਗਣਾਂ ਵੱਲ ਵੇਖਣ ਲੱਗ ਪਿਆ ਤੇ ਮੈਂ ਹਰਗਿਜ਼ ਵੀ ਬਖਸ਼ਿਆ ਨਹੀਂ ਜਾਵਾਂਗਾ। ਗੁਰੂ ਸਾਹਿਬ ਕਿਰਪਾ ਕਰੋ, ਮੇਰੇ ਔਗਣਾਂ ਵੱਲ ਨਾ ਵੇਖਿਓ, ਮੇਰੇ ਗੁਨਾਹਾਂ ਵੱਲ ਨਾ ਦੇਖਿਓ, ਆਪਣਾ ਬਿਰਧ ਪਛਾਣ ਕੇ ਮੈਨੂੰ ਨਿਮਾਣੇ ਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਅਰਸ਼ੀ ਛੂਹ ਤੇਰੀ ਦੇ ਸਵਾਲੀ ਅਸੀਂ ਦਰ ਤੇਰੇ ਤੇ ਆਏ, ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ। ਐ ਪਰ ਨੂਰ ਚਮਕਦਾ ਮੱਥਾ ਜਦ ਅਸਾਂ ਤੁਧੇ ਦਾ ਡਿੱਠਾ, ਛੂਹ ਬਖਸ਼ਣ ਦਾ ਸ਼ੌਂਕ ਤੁਸਾਂ ਵਿੱਚ ਸਾਨੂੰ ਡੁੱਲਦਾ ਨਜ਼ਰੀ ਆਵੇ। ਭਾਈ ਸਾਹਿਬ ਕਹਿੰਦੇ ਮੈਂ ਜਦੋਂ ਵੇਖਿਆ ਕਿ ਗੁਰੂ ਸਾਹਿਬ ਤਾਂ ਬਖਸ਼ਿਸ਼ਾਂ ਦੇਣ ਵਾਸਤੇ ਬੜੇ ਕਾਹਲੇ ਨੇ ਤੇ ਮੇਰੇ ਨੇਤਰਾਂ 'ਚ ਜਲ ਭਰ ਆਇਆ ਕਿ ਮਨਾ ਭਾਵੇਂ ਤੂੰ ਬੜਾ ਪਾਪੀ ਹੈ ਪਰ ਗੁਰੂ ਤੇਰਾ ਬਹੁਤ ਬਖਸ਼ਿੰਦ ਹੈ। ਤੇਰੇ ਪਾਪਾਂ ਨੂੰ ਬਖਸ਼ ਕੇ ਵੀ ਗੁਰੂ ਪਾਰਸ ਦੀ ਨਿਆਈ ਤੈਨੂੰ ਸੋਨਾ ਬਣਾਉਣ ਵਾਲਾ ਹੈ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਤੋ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਕੋ ਜਾਣ ਨਾ ਜਾਣਈ। ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਮੇਰਾ ਗੁਰੂ ਜਾਣੀ ਜਾਣ ਹੈ, ਅੰਤਰਜਾਮੀ ਹੈ, ਕਿਆ ਤਿਸ ਚੱਜ ਆਚਾਰ, ਉਹਨੂੰ ਆਪਣੀ ਜ਼ਿੰਦਗੀ ਜੀਣ ਦਾ ਕੀ ਚੱਜ ਹੋ ਸਕਦਾ ਹੈ, ਕੀ ਢੰਗ ਹੋ ਸਕਦਾ ਹੈ। ਭਾਵ ਉਹਦਾ ਸਾਰਾ ਜੀਵਨ ਬੇਢੰਗਾ ਹੋ ਜਾਏਗਾ ਜਿਹੜਾ ਗੁਰੂ ਨੂੰ ਅੰਤਰਜਾਮੀ ਨਹੀਂ ਸਮਝਦਾ। ਕਿਉਂਕਿ ਜਦੋਂ ਗੁਰੂ ਨੂੰ ਅੰਤਰਜਾਮੀ ਨਾ ਸਮਝਿਆ ਗਿਆ, ਕੁਦਰਤੀ ਗੱਲ ਹੈ ਉਦੋਂ ਬੰਦਾ ਪਾਪ ਕਰੇਗਾ, ਉਦੋਂ ਮਨ ਵਿੱਚ ਵੀ ਪਾਪ ਸੋਚੇਗਾ। ਤੇ ਜਿਸ ਨੂੰ ਇਹ ਗਿਆਨ ਹੋ ਗਿਆ ਕਿ ਮੇਰਾ ਗੁਰੂ ਅੰਤਰਜਾਮੀ ਹੈ, ਉਹਨੇ ਪਾਪ ਕਰਨਾ ਤੇ ਦੂਰ ਦੀ ਗੱਲ, ਉਹ ਮਨ ਵਿੱਚ ਪਾਪ ਸੋਚਦਾ ਵੀ ਨਹੀਂ ਤੇ ਜ਼ਿੰਦਗੀ ਜੀਣ ਦਾ ਚੱਜ ਆ ਜਾਂਦਾ, ਜ਼ਿੰਦਗੀ ਜੀਣ ਦਾ ਢੰਗ ਆ ਜਾਂਦਾ ਹੈ। ਆਚਾਰ ਭਾਵ ਚੰਗਾ ਆਚਰਣ। ਗੁਰੂ ਪਾਤਸ਼ਾਹ ਕਹਿੰਦੇ ਉਹਦਾ ਕੀ ਚੰਗਾ ਆਚਰਣ ਹੋ ਸਕਦਾ ਹੈ, ਕੀ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਹੋ ਸਕਦਾ ਹੈ ਜਿਹੜਾ ਆਪਣੇ ਗੁਰੂ ਨੂੰ ਅੰਤਰਜਾਮੀ ਨਹੀਂ ਸਮਝਦਾ। ਅੰਦਲੇ ਨਾਮ ਵਿਸਾਵਿਆ ਮਨ ਮੁਖ ਅੰਧ ਗੁਬਾਵੇ। ਅਗਿਆਨੀ ਜੀਵ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਅੰਧ ਗੁਬਾਰ ਕੁੱਪ ਹਨੇਰੇ ਦੇ ਵਿੱਚ ਟੱਕਰਾਂ ਮਾਰ ਰਿਹਾ ਹੈ। ਆਵਣ ਜਾਣ ਨ ਚੁਕਈ ਮਰ ਜਨਮੈ ਹੋਏ ਖੁਆਵੇ। ਆਉਣਾ ਜਾਣਾ ਖਤਮ ਨਹੀਂ ਹੁੰਦਾ, ਭਾਵ ਜੰਮਣ ਮਰਨ ਦਾ ਗੇੜਾ ਕੱਟਿਆ ਨਹੀਂ ਜਾਂਦਾ। ਮਰ ਜਨਮੈ ਹੋਏ ਖੁਆਰ, ਤੇ ਬਾਰ-ਬਾਰ ਗਰਭ ਦੇ ਵਿੱਚ ਪੈ ਕੇ ਜੀਵ ਆਵਾਜ਼ਾਰ ਹੁੰਦਾ ਹੈ। ਚੰਦਨ ਮੂਲ ਅਣਾਇਆ ਕੰਗੂ ਮਾਂਗ ਸੰਧੂਵੇ। ਗੁਰੂ ਸਾਹਿਬ ਇਸ ਵਿਅਕਤੀ ਨੂੰ ਉਪਦੇਸ਼ ਦਿੰਦੇ ਨੇ ਜਿਹੜਾ ਕਰਤਾਰਪੁਰ ਦੀ ਧਰਤੀ ਤੇ ਆਇਆ ਹੈ। ਮਹਾਰਾਜ ਕਹਿੰਦੇ ਹੇ ਭਾਈ, ਤੂੰ ਚੰਦਨ ਨੂੰ ਮੁੱਲ ਮੰਗਵਾਇਆ, ਉਹਦਾ ਰਸ ਉਹਦਾ ਅਤਰ ਕੱਢਿਆ, ਫਿਰ ਕੁੰਗੂ ਮਾਂਗ ਸੰਧੂਰ। ਜਿਵੇਂ ਇੱਕ ਔਰਤ ਕੁੰਗੂ ਭਾਵ ਕੇਸਰ ਤੇ ਮਾਂਗ ਆਪਣੀ ਮਾਂਗ ਦੇ ਵਿੱਚ ਭਾਵ ਚੀਰ ਦੇ ਵਿੱਚ ਸੰਧੂਰ ਭਰਦੀ ਹੈ। ਜੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ। ਫਿਰ ਚੰਦਨ ਦਾ ਰਸ ਚੋ ਚੋ ਕੇ ਬਹੁ ਘਣਾ ਬੜਾ ਜ਼ਿਆਦਾ ਪਾਨਾ ਨਾਲ ਕਪੂਰ, ਪਾਨਾ ਦੇ ਬੀੜੇ ਲਾ ਕੇ ਬੁੱਲ ਵੀ ਲਾਲ ਕਰ ਲਏ ਤੇ ਨਾਲ ਕਪੂਰ ਭਾਵ ਮਹਿਕ ਵਾਲੀਆਂ ਵਸਤੂਆਂ ਆਪਣੇ ਸਰੀਰ ਦੇ ਉੱਪਰ ਮਲ ਲਈਆਂ। ਜੇ ਧਨ ਕੰਤ ਨ ਭਾਵਈ ਤਾ ਸਭ ਅਡੰਬਰ ਕੂੜ। ਇਹ ਜਿੰਨੇ ਵੀ ਅਡੰਬਰ ਵਿਖਾਵੇ ਔਰਤ ਕਰਦੀ ਹੈ, ਇਹ ਤਾਂ ਹੀ ਪ੍ਰਵਾਨ ਹੋ ਸਕਦੇ ਨੇ ਜੇ ਔਰਤ ਆਪਣੇ ਪਤੀ ਨੂੰ ਭਾ ਜਾਵੇ। ਤੇ ਜੇ ਪਤੀ ਨੂੰ ਚੰਗੀ ਨਹੀਂ ਲੱਗਦੀ, ਪਤੀ ਦੀ ਆਗਿਆਕਾਰ ਨਹੀਂ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਕਰ ਨਾ ਹਰਿਆਣੀ। ਜਿਹੜੀ ਪਾਣੀ ਮੰਗਣ ਤੇ ਪੱਥਰ ਮਾਰਦੀ ਹੋਵੇ, ਉਹ ਔਰਤ ਬੇਸ਼ੱਕ ਹੀ ਇਹ ਸਾਰੇ ਹਾਰ ਸ਼ਿੰਗਾਰ ਕਰ ਲਵੇ, ਪਰ ਕੋਈ ਵੀ ਸ਼ਿੰਗਾਰ ਉਹਦਾ ਪ੍ਰਵਾਨ ਨਹੀਂ। ਸਾਰੇ ਹੀ ਕੂੜ ਭਾਵ ਝੂਠੇ ਨੇ, ਵਿਅਰਥ ਨੇ।
ਜੇ ਇੱਕ ਔਰਤ ਆਪਣੇ ਪਤੀ ਨੂੰ ਨਹੀਂ ਪਾਉਂਦੀ, ਜੇਕਰ ਇਹ ਜੀਵ ਇਸਤਰੀ ਪਰਮੇਸ਼ਰ ਨੂੰ ਨਹੀਂ ਪਾਉਂਦੀ, ਫਿਰ ਧਰਮ ਦਾ ਕੀਤਾ ਹੋਇਆ ਸ਼ਿੰਗਾਰ, ਭਾਵ ਨੇਤੀ ਧੋਤੀ ਕਰਮ, ਫਿਰ ਇਸੇ ਪ੍ਰਕਾਰ ਤੀਰਥਾਂ ਦਾ ਇਸ਼ਨਾਨ, ਵੇਦਾਂ ਸ਼ਾਸਤਰਾਂ ਦਾ ਪਠਨ ਪਾਠ, ਦਾਨ ਪੁੰਨ ਯੱਗ ਕਰਨੇ, ਇਹ ਜਿੰਨਾ ਵੀ ਹਾਰ ਸ਼ਿੰਗਾਰ ਹੈ ਉਦੋਂ ਹੀ ਪ੍ਰਵਾਨ ਹੋਵੇਗਾ ਜਦੋਂ ਜੀਵ ਇਸਤਰੀ ਰੱਬ ਨੂੰ ਭਾ ਜਾਵੇਗੀ। ਸਭ ਰਸ ਭੋਗਣ ਬਾਦ ਹੈ, ਸਭ ਸੀ ਗਾਵ ਵਿਕਾਰ। ਬਾਦ ਕਹੀਏ ਵਿਅਰਥ, ਸਾਰੇ ਰਸਾਂ ਨੂੰ ਭੋਗਣਾ ਤੇ ਰਸਾਂ ਨੂੰ ਹੀ ਭੋਗਦੇ ਰਹਿਣਾ, ਇਹ ਵਿਅਰਥ ਕਿਰਿਆ ਹੈ। ਇਸ ਵਿਅਰਥ ਕੰਮ ਦੇ ਵਿੱਚ ਬੰਦਾ ਆਪਣਾ ਸਮਾਂ ਗਵਾ ਰਿਹਾ ਹੈ। ਤੇ ਸਭ ਸੀਗਾਰ ਵਿਕਾਰ, ਵਿਕਾਰ ਦਾ ਅਰਥ ਹੈ ਬੇਕਾਰ। ਜਿੰਨਾ ਚਿਰ ਤੱਕ ਭਾਈ ਇਹ ਜੀਵ ਇਸਤਰੀ ਪਰਮੇਸ਼ਰ ਨੂੰ ਨਹੀਂ ਪਾਉਂਦੀ, ਉਦੋਂ ਤੱਕ ਸਾਰੇ ਸ਼ਿੰਗਾਰ ਵੀ ਬੇਕਾਰ ਹਨ। ਜਬ ਲਗ ਸ਼ਬਦ ਨ ਭੇਦੀਐ, ਕਿਉ ਸੋ ਹੈ ਗੁਰਦੁਆਰ। ਗੁਰਸਿੱਖ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਹੀ ਸਾਨੂੰ ਸ਼ੁਭ ਉਪਦੇਸ਼ ਬਖਸ਼ੋ ਕਿ ਫਿਰ ਕੀ ਕਰਨਾ ਚਾਹੀਦਾ ਹੈ। ਸਾਹਿਬ ਕਹਿੰਦੇ, ਜਿੰਨਾ ਚਿਰ ਤੱਕ ਗੁਰੂ ਦੇ ਗਿਆਨ ਨਾਲ ਹਿਰਦਾ ਵਿੰਨਿਆ ਨਹੀਂ ਜਾਂਦਾ, ਜਬ ਲਗ ਸ਼ਬਦ ਨਾ ਭੇਦੀਐ। ਭੇਦੀਐ ਦਾ ਅਰਥ ਹੈ ਵਿੰਨੇ ਜਾਣਾ, ਭੇਦੀਐ ਦਾ ਅਰਥ ਹੈ ਸੀਤੇ ਜਾਣਾ। ਜਦੋਂ ਤੱਕ ਮਨ ਪਰਮੇਸ਼ਰ ਦੇ ਨਾਮ ਵਿੱਚ ਸੀਤਾ ਨਹੀਂ ਜਾਂਦਾ, ਉਦੋਂ ਤੱਕ ਗੁਰੂ ਦੇ ਦੁਆਰ ਤੇ ਗੁਰੂ ਦੇ ਘਰ ਵਿੱਚ ਇਹ ਜੀਵ ਸੋਭਾ ਨਹੀਂ ਖੱਟ ਸਕਦਾ। ਕਿਉਂ ਸੋ ਹੈ ਗੁਰਦੁਆਰ, ਕਿਵੇਂ ਸੋਭਾ ਪਾਵੇਗਾ? ਭਾਵ ਹਰਗਿਜ਼ ਵੀ ਨਹੀਂ ਸੋਭਾ ਪਾ ਸਕਦਾ ਜਦੋਂ ਤੱਕ ਮਨ ਨੂੰ ਪਰਮੇਸ਼ਰ ਦੇ ਨਾਮ ਵਿੱਚ ਵਿੰਨਿਆ ਨਹੀਂ ਗਿਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਮਨ ਨੂੰ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਸੀ ਲਿਆ। ਜਿਵੇਂ ਸੂਈ ਧਾਗਾ ਲੈ ਕੇ ਕੱਪੜੇ ਨੂੰ ਸੀ ਲਈਦਾ ਹੈ, ਇਵੇਂ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਵਿੱਚ, ਉਹਦੀ ਮਹਿਮਾ ਵਿੱਚ ਸੀ ਲਿਆ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਕਿਉਂ ਸੋ ਹੈ ਗੁਰਦੁਆਰ। ਗੁਰੂ ਦੇ ਦੁਆਰੇ ਤੇ ਗੁਰੂ ਦੇ ਘਰ ਵਿੱਚ ਕਿਵੇਂ ਸੋਭਾ ਮਿਲ ਸਕਦੀ ਹੈ, ਜਿੰਨਾ ਚਿਰ ਤੱਕ ਸ਼ਬਦ ਨਾਲ ਮਨ ਜੁੜਿਆ ਨਹੀਂ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਹੈ, ਤੇ ਇੰਨਾ ਗੂੜਾ ਪ੍ਰੇਮ ਹੈ ਕਿ ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਇੱਕ ਪਲ ਵੀ ਪਰਮੇਸ਼ਰ ਭੁੱਲ ਜਾਵੇ ਤੇ ਬੇਚੈਨੀ ਹੋ ਜਾਂਦੀ ਹੈ। ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਜਿਨ੍ਹਾਂ ਦਾ ਇੰਨਾ ਗੂੜਾ ਪ੍ਰੇਮ ਹੈ ਕਿ ਇੱਕ ਪਲ ਵੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਨਹੀਂ ਕੱਢਦੇ, ਸਤਿਗੁਰੂ ਮਹਾਰਾਜ ਕਹਿੰਦੇ ਉਹ ਸੁਹਾਗਣਾ ਧਨ ਹਨ, ਸਦਾ ਹੀ ਧਨ ਹਨ। ਨਾਨਕ ਧਨ ਸੁਹਾਗਣੀ। ਉਹਨਾਂ ਸੁਹਾਗਣ ਜੀਵ ਇਸਤਰੀਆਂ ਦੇ ਕਦਮਾਂ ਤੇ ਮੈਂ ਆਪਣਾ ਸੀਸ ਰੱਖਦਾ ਹਾਂ, ਬਾਰ-ਬਾਰ ਧਨ ਆਖਦਾ ਹਾਂ, ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਗੂੜਾ ਪ੍ਰੇਮ ਹੈ, ਇੱਕ ਪਲ ਵੀ ਜਿਹੜੇ ਉਸ ਰੱਬ ਤੋਂ ਬਗੈਰ ਨਹੀਂ ਕੱਢ ਸਕਦੇ। ਧਨ ਹੈ ਭਾਈ ਉਹਨਾਂ ਦਾ ਜੀਵਨ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ। ਜਿਹੜੇ ਇਸ ਪ੍ਰਕਾਰ ਸੋਚਦੇ ਨੇ ਕਿ ਜੇ ਰੱਬ ਸਾਨੂੰ ਇੱਕ ਪਲ ਵੀ ਵਿਸਰ ਗਿਆ ਤੇ ਸਮਝੋ ਸਾਡੀ ਭਗਤੀ ਦੇ ਵਿੱਚ ਫਿੱਕ ਪੈ ਗਿਆ। ਇਵੇਂ ਦੇ ਜੀਵਨ ਵਾਲੀਆਂ ਸੁਹਾਗਣਾ ਧਨਤਾ ਦੇ ਯੋਗ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਇਹ ਪਾਵਨ ਉਪਦੇਸ਼ ਸਰਵਣ ਕਰਵਾ ਕੇ ਨਿਹਾਲ ਕੀਤਾ ਤੇ ਸਮੁੱਚੇ ਸਿੱਖਾਂ ਵਾਸਤੇ, ਸਮੁੱਚੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਪਾਵਨ ਗਿਆਨਮਈ ਉਪਦੇਸ਼ ਸਾਨੂੰ ਵੀ ਬਖਸ਼ਿਸ਼ ਕਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਰਬੱਤ ਸੰਗਤ ਅਤੇ ਗੁਰੂ ਸਾਹਿਬ ਜੀ ਦਾ ਧੰਨਵਾਦ ਹੈ।
ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਬ ਲਗ ਸ਼ਬਦ ਨ ਭੇਦੀਐ, ਕਿਉ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ।